ਵੀਨਾ ਵਰਮਾ ਹੋਣਾ ਦੀ ਕਹਾਣੀ ਆ ਦੂਜੀ ਨਤੀਜੀ। ਏਅਰਪੋਰਟ ਤੇ ਫਰਸ਼ ਦੀ ਸਫਾਈ ਕਰਦੀ ਤੇ ਮੇਰੇ ਅਚਾਨਕ ਹੱਥ ਰੁਕ ਗਏ ਇੱਕਦਮ। ਬਈ ਇਹ ਕੀ ਹੋ ਗਿਆ? ਮੈਂ ਇੱਕਦਮ ਅੱਖਾਂ ਝਪਕੀਆਂ ਤੇ ਮੈਨੂੰ ਤਾਂ ਨਹੀਂ ਕੋਈ ਭੁਲੇਖਾ ਪੈਂਦਾ। ਨਹੀਂ ਨਹੀਂ, ਇਉਂ ਭੁਲੇਖਾ ਕਿਵੇਂ ਪੈ ਸਕਦਾ? ਅਸਲ 'ਚ ਇਹ ਸੱਚ ਹੀ ਸੀਗਾ। ਮੇਰੇ ਘਰ ਵਾਲਾ, ਮੇਰਾ ਪਤੀ, ਕਿਸੇ 20-22 ਸਾਲਾਂ ਦੀ ਕੁੜੀ ਸੀ ਜਿਹੜੀ ਉਹਦੇ ਨਾਲ ਤੁਰਿਆ ਆਵੇ। ਉਹਨੇ ਇੱਕ ਬਾਂਹ ਕੁੜੀ ਦੇ ਲੱਕ ਦੇ ਦੁਆਲੇ ਪਾਈ ਹੋਈ ਤੇ ਦੂਜੇ ਹੱਥ ਨਾਲ ਸਮਾਨ ਵਾਲੀ ਟਰਾਲੀ ਜੀ ਰੋੜੀ ਆਵੇ। ਕੁੜੀ ਨੇ ਆਪਣਾ ਸਿਰ ਮੇਰੇ ਪਤੀ ਦੇ ਮੋਢਿਆਂ ਤੇ ਰੱਖਿਆ ਹੋਇਆ। ਹੌਲੀ ਹੌਲੀ ਤੁਰੇ ਉਹ ਵੀ, ਜਿਵੇਂ ਕਿਸੇ ਨਸ਼ੇ ਦੇ ਵਿੱਚ ਹੁੰਦੀ, ਕਿਉਂਕਿ ਉਹਨੂੰ ਖੁਸ਼ੀ ਬਹੁਤ ਸੀਗੀ। ਲਾਲ ਰੰਗ ਦਾ ਸੂਟ, ਗਹਿਣਿਆਂ ਨਾਲ ਭਰੀ ਹੋਈ, ਕੂਣੀਆਂ ਤੱਕ ਲਾਲ ਚੂੜਾ, ਕਾਲੇ ਨਾਗਾ ਵਰਗੀਆਂ ਦੋ ਮੋਟੀਆਂ ਗੁੱਤਾਂ ਉਹਨੇ ਮੂਹਰੇ ਸੁੱਟੀਆਂ ਹੋਈਆਂ। ਉਹ ਦੋਵੇਂ ਕਸਟਮ ਕਲੀਅਰ ਕਰਾਉਣ ਤੋਂ ਬਾਅਦ ਬਾਹਰ ਆ ਗਏ, ਇੱਕ ਦੂਜੇ ਨਾਲ ਚਿਪਕੇ ਹੋਏ ਜਿਵੇਂ ਚੁੰਬਕ ਤੇ ਲੋਹਾ। ਕੁੜੀ ਦੀਆਂ ਅੱਖਾਂ 'ਚ ਤਾਂ ਅਜੀਬ ਕਿਸਮ ਦੀ ਮਸਤੀ ਸੀ, ਚਾਲ 'ਚ ਲੜਖੜਾਹਟ ਸੀ, ਇੱਕ ਲਾਚੜਾਪਣ ਸੀ, ਜਿਵੇਂ ਮੇਰੇ ਘਰ ਵਾਲੇ ਦੇ ਉੱਪਰੋਂ ਡਿੱਗ ਡਿੱਗ ਪੈਂਦੀ ਹੋਵੇ। ਤੇ ਮੇਰੇ ਘਰ ਵਾਲਾ ਵੀ ਜਿਵੇਂ 16ਵੇਂ-17ਵੇਂ ਸਾਲ 'ਚ ਹਜੇ ਜਵਾਨੀ ਚੜ੍ਹਦੀ ਹੋਵੇ, ਇਉਂ ਕਦਮ ਰੱਖੇ, ਸਜਿਆ ਹੋਇਆ ਪੂਰਾ, ਕਾਲਾ ਗਰਮ ਸੂਟ, ਲਾਲ ਪੱਗ, ਸੋਨੇ ਦੀ ਘੜੀ, ਕੜਾ, ਚੈਨੀ, ਤੇ ਜੇ ਬੱਸ ਚੱਲਦਾ ਮੈਨੂੰ ਤਾਂ ਲੱਗਦਾ ਸੰਗਲ, ਸੋਨੇ ਦਾ ਸੰਗਲ ਵੀ ਗਲ 'ਚ ਪਾ ਕੇ ਤੁਰਦਾ। ਉਹਨੇ ਬੜੀ ਮਿਹਨਤ ਨਾਲ ਆਪਣੀ ਡੱਬ ਖੜੱਬੀ ਜੀ ਦਾੜੀ ਨੂੰ ਰੰਗਿਆ ਸੀਗਾ ਤਾਂ ਕਿ 45 ਸਾਲ ਦੀ ਉਮਰ 'ਚ ਵੀ ਪੱਛੀਆਂ ਦਾ ਲੱਗੇ। ਹੌਲੀ ਹੌਲੀ ਦੋਨੇ ਜਾਣੇ ਕਦਮ ਰੱਖਦੇ ਹੋਏ ਮੇਰੇ ਕੋਲ ਦੀ ਲੰਘਣ ਤੇ ਪਿੱਛੇ ਛੱਡ ਕੇ ਮਹਿਕ ਦੀ ਇੱਕ ਹਵਾ ਦਾ ਬੁੱਲਾ, ਪਰਫਿਊਮ ਦੀ ਮਹਿਕ, ਜਿਹੜਾ ਮੇਰਾ ਪਤੀ ਹਮੇਸ਼ਾ ਲਾਉਂਦਾ ਸੀ। ਮੈਨੂੰ ਤਾਂ ਇੱਕ ਪਾਸਿਓਂ ਜਦੋਂ ਹਵਾ ਦਾ ਬੁੱਲਾ ਆਇਆ, ਉਹ ਲੱਗਿਆ ਜਿਵੇਂ ਉਹ ਮੇਰੇ ਕੋਲ ਹੀ ਆ ਰਿਹਾ ਹੋਵੇ। ਪੈਰਿਸ ਦਾ ਪਰਫਿਊਮ ਜਾਂ ਫਿਰ ਉਸ ਕੁੜੀ ਦੇ ਜਿਸਮ ਦੀ ਮਹਿਕ, ਮਿਲੀ ਜੁਲੀ ਖੁਸ਼ਬੂ ਬਹੁਤ ਦੇਰ ਤੱਕ ਹਵਾ 'ਚ ਫੈਲੀ ਰਹੀ। ਉਹ ਬਹਾਰ ਦੇ ਝੋਂਕੇ ਵਾਂਗ ਦੁਨੀਆ ਤੋਂ ਬੇਖਬਰ ਇੱਕ ਦੂਜੇ ਦੇ ਵਿੱਚ ਸਮਾਏ ਹੋਏ ਬਾਹਰ ਨੂੰ ਤੁਰੇ ਜਾ ਰਹੇ ਸੀ, ਜਿੱਥੇ ਲੋਕ ਜਹਾਜ਼ਾਂ ਤੋਂ ਉਤਰਨ ਵਾਲਿਆਂ ਦਾ ਇੰਤਜ਼ਾਰ ਕਰ ਰਹੇ ਸੀ। ਇੱਕਦਮ ਅਚਾਨਕ ਰੁਕੇ ਤੇ ਪਿੱਛੇ ਮੁੜ ਕੇ ਦੇਖਿਆ। ਮੈਂ ਤਾਂ ਘਬਰਾ ਗਈ, ਪਰ ਨਹੀਂ, ਉਹ ਮੈਨੂੰ ਨਹੀਂ, ਸ਼ਾਇਦ ਕਿਸੇ ਹੋਰ ਨੂੰ ਲੱਭ ਰਹੇ ਸੀ। ਤੇ ਜਦੋਂ ਮੈਂ ਦੇਖਿਆ, ਦੂਰ ਕਸਟਮ ਚੈਕਿੰਗ ਦੀ ਡੈਸਕ ਤੇ ਨਜ਼ਰ ਮਾਰੀ, ਮੇਰੀ ਸੱਸ ਨਛੱਤਰ ਕੌਰ ਉੱਥੋਂ ਬਾਹਰ ਆ ਰਹੀ ਸੀ। ਕਰੀਮ ਕਲਰ ਦਾ ਸੂਟ, ਗਰਮ ਕਸ਼ਮੀਰੀ ਸ਼ਾਲ, ਕਿਲੋ ਭਰ ਸੋਨਾ ਹੱਥਾਂ 'ਚ ਪਾਇਆ ਹੋਇਆ ਤੇ ਹੱਥ 'ਚ ਚਮੜੇ ਦਾ ਵੱਡਾ ਸਾਰਾ ਬੈਗ ਉਹ ਤੋਂ ਚੁੱਕਿਆ ਚੱਕ ਨਾ ਹੋਵੇ। ਲੰਗ ਮਾਰਦੀ ਹੋਈ ਮੇਰੇ ਕੋਲ ਦੀ ਲੰਘ ਗਈ ਤੇ ਮੇਰੇ ਵੱਲ ਦੇਖਿਆ ਵੀ ਨਹੀਂ। ਜੇ ਦੇਖਿਆ ਹੋਊ ਤਾਂ ਪਛਾਣਿਆ ਨਹੀਂ। ਮੈਂ ਤਾਂ ਇਉਂ ਲੱਗਾ ਜਿਵੇਂ ਲੁੱਟੀ ਹੁੰਨੀ ਆ। ਮੈਂ ਉਹਦੇ ਮਗਰ ਤੁਰ ਪਈ ਤੇ ਜਦੋਂ ਭਾਈ ਮੈਂ ਜਾ ਕੇ ਦੇਖਿਆ ਬਾਹਰ, ਓਹੋ, ਲੋੜਾ ਮਾਰਿਆ ਪਿਆ ਬਾਹਰ ਤਾਂ। ਮੇਰਾ ਪੂਰਾ ਹੀ ਸਹੁਰਾ ਪਰਿਵਾਰ ਉੱਥੇ ਖੜਾ ਸਵਾਗਤ ਕਰਨ ਲਈ, ਮੇਰੀਆਂ ਨਨਾਣਾਂ, ਮੇਰੇ ਦਿਓਰ, ਹੋਰ ਪਤਾ ਨਹੀਂ ਕਿਹੜਾ ਲੱਲੀ ਛੱਲੀ। ਉਹ ਸਭ ਇੱਕ ਦੂਜੇ ਨੂੰ ਭੱਜ ਭੱਜ ਕੇ ਜੱਫੀਆਂ ਪਾ ਮਿਲਣ, ਜਿਵੇਂ ਬਹੁਤ ਵਰਿਆਂ ਬਾਅਦ ਮਿਲ ਰਹੇ ਹੁਣ, ਇਉਂ ਇੱਕ ਦੂਜੇ ਨੂੰ ਮਿਲਣ। ਉਹ ਨਵੀਂ ਕੁੜੀ ਜਿਹੜੀ ਆਈ ਸੀਗੀ, ਉਹ ਸਾਰਿਆਂ ਦੇ ਪੈਰੀਂ ਹੱਥ ਲਾਈ ਜਾਵੇ, ਮੱਥਾ ਟੇਕੀ ਜਾਵੇ। ਮੇਰੀਆਂ ਨਨਾਣਾਂ ਬਾਰ-ਬਾਰ ਉਹਦਾ ਮੂੰਹ ਚੁੰਮਣ। ਮੇਰੀ ਸੱਸ ਜਿਵੇਂ ਹਵਾ 'ਚ ਤਰਦੀ ਹੋਵੇ, ਸ਼ਾਇਦ ਹੁਣ ਤਾਂ ਲੰਗ ਮਾਰਨਾ ਵੀ ਭੁੱਲ ਗਈ ਸੀਗੀ। ਕਿਸੇ ਫੌਜੀ ਜਰਨੈਲ ਵਾਂਗ ਤੁਰੀ ਜਾਵੇ, ਜਿਵੇਂ ਕੋਈ ਜਿੱਤ ਕੇ ਵਾਪਸ ਮੁੜਿਆ ਹੁੰਦਾ। ਸਾਰਾ ਹੀ ਪਰਿਵਾਰ ਖੜਾ ਸਵਾਗਤ ਕਰਨ ਨੂੰ। ਅੜੀਏ, ਹੋ ਕੀ ਰਿਹਾ? ਇਹ ਵਾਪਰ ਕੀ ਰਿਹਾ? ਕਿੰਨੀ ਖੁਸ਼ੀ ਤੇ ਕਿੰਨਾ ਆਤਮ ਵਿਸ਼ਵਾਸ ਸੀ ਮੇਰੀ ਸੱਸ ਦੇ ਚਿਹਰੇ ਤੇ। ਅੱਛਾ, ਇਹ ਗੱਲ ਆ। ਕਿਹੜੇ ਗਰੀਬ ਦਾ ਘਰ ਲੁੱਟ ਕੇ ਆਈ ਹੋ ਅੜੀਏ ਇਹ? ਮੇਰੇ ਮਨ ਨੇ ਪੁੱਛਿਆ ਮੈਨੂੰ। ਪਰ ਉਹ ਕੁੜੀ ਤਾਂ ਕਿੰਨੀ ਸੋਹਣੀ ਆ, ਜਮੀ ਨਿਆਣੀ ਜੀ ਲੱਗਦੀ ਆ। ਲਾਲ ਰੰਗ ਦਾ ਸੂਟ ਕਿੰਨਾ ਫੱਬਦਾ ਉੱਤੇ, ਜਿਵੇਂ ਕੋਈ ਤਾਜ਼ਾ ਗੁਲਾਬ ਹੁਣੇ ਖਿੜਿਆ ਹੋਵੇ, ਮੂਰਤੀ ਜਿਹੀ ਹੈ, ਜਾਂ ਸਰੋਂ ਦੀ ਗੰਦਲ ਵਰਗੀ ਨਰਮ ਨਾਜ਼ੁਕ। ਮੱਲਕ ਮੱਲਕ ਪੈਰ ਧਰ ਰਹੀ ਸੀ, ਜਿਵੇਂ ਪੈਰਾਂ ਹੇਠ ਪਤਾਸੇ ਪਏ ਹੋਣ। ਕਿੰਨੀ ਪਿਆਰੀ ਕੁੜੀ ਹੈ। ਮੇਰੇ ਅੰਦਰੋਂ ਇੱਕ ਬੋਲ ਜੇ ਨਿਕਲੇ ਕੁੜੀ ਨੂੰ ਦੇਖ ਕੇ, ਜਿਹੜੀ ਮੇਰੇ ਘਰ ਵਾਲੇ ਨੂੰ ਤੁਰੀ ਸੀ। ਫਿਰ ਮੈਂ ਸੋਚਿਆ, ਤੂੰ ਤਾਂ ਇਹ ਤੋਂ ਵੀ ਵੱਧ ਸੋਹਣੀ ਸੀ ਜਦੋਂ ਜਵਾਨ ਸੀਗੀ। ਜਦੋਂ ਤੇਰਾ ਵਿਆਹ ਹੋਇਆ ਸੀ, ਤੂੰ ਤਾਂ ਕਿੰਨੀ ਸੋਹਣੀ ਸੁਨੱਖੀ ਸੀ। ਤੂੰ ਵੀ ਤਾਂ ਇਉਂ ਹੀ ਏਅਰਪੋਰਟ ਤੇ ਉਤਰੀ ਸੀ।
ਇਹ ਤਾਂ ਕੁਛ ਵੀ ਨਹੀਂ ਕੁੜੀ ਤੇਰੇ ਸਾਹਮਣੇ। ਮੇਰੇ ਆਪਣੇ ਦਿਲ ਨੇ ਆਵਾਜ਼ ਦਿੱਤੀ। ਮੈਂ ਸਾਹਮਣੇ ਕੰਧ 'ਚ ਲੱਗੇ ਸ਼ੀਸ਼ੇ ਵੱਲ ਦੇਖਿਆ। ਅੱਧਾ ਚਿੱਟਾ ਸਿਰ, ਮੂੰਹ ਤੇ ਝੁਰੜੀਆਂ, ਸੁੱਕ ਕੇ ਕੰਡਾ ਬਣਿਆ ਸਰੀਰ। 35 ਸਾਲ ਦੀ ਉਮਰ 'ਚ ਮੈਂ 50 ਸਾਲਾਂ ਦੀ ਲੱਗਾ। ਮੈਂ ਕਿੱਥੇ ਸੋਹਣੀ ਆ ਉਹ ਕੁੜੀ ਜਿੰਨੀ। ਕਿੱਥੇ ਇਹ ਬਿਮਾਰੀਆਂ ਤੇ ਗਮਾਂ ਦਾ ਖਾਧਾ ਕਾਲਾ ਪਿਆ ਸਰੀਰ। ਕਿੱਥੇ ਉਹ ਦਿਨ ਚੜ੍ਹਦੇ ਦੀ ਲਾਲੀ ਵਰਗੀ ਸੋਹਣੀ ਸੁਨੱਖੀ ਕੁੜੀ। ਨਹੀਂ ਨਹੀਂ ਮਿੰਦੋ, ਨਹੀਂ। ਤੂੰ ਤਾਂ ਸਿਰਫ 16 ਸਾਲਾਂ ਦੀ ਸੀ ਜਦੋਂ ਇਸ ਖਾਨਦਾਨ ਦੀ ਬਹੂ ਬਣ ਕੇ ਆਈ ਸੀ। ਸ਼ਾਇਦ ਤੇਰੇ ਜਿੰਨੀ ਸੋਹਣੀ ਕੁੜੀ ਤਾਂ ਸਾਰੇ ਪਿੰਡ 'ਚ ਨਹੀਂ ਸੀ ਉਦੋਂ। ਤੇਰੇ ਜਿੰਨੀ ਗੁਣੀ ਕੁੜੀ, ਜਿਹ 'ਚ ਗੁਣ ਇੰਨੇ ਹੋਣ, ਆਸੇ ਪਾਸੇ ਲੋਕ ਦੀਵਾ ਲਏ ਤੋਂ ਵੀ ਨਹੀਂ ਸੀ ਲੱਭ ਸਕਦੇ। ਕਿਹੜੀਆਂ ਗੱਲਾਂ ਕਰਦੀਆਂ ਤੂੰ? ਨਾਲੇ ਤੇਰਾ ਰਿਸ਼ਤਾ ਮੂੰਹੋਂ ਮੰਗ ਕੇ ਲਿਆ ਸੀ ਨਛੱਤਰ ਕੌਰ ਨੇ। ਸ਼ੀਸ਼ਾ ਜਿਵੇਂ ਮੈਨੂੰ ਇਹ ਗੱਲਾਂ ਸਾਰੀਆਂ ਕਹਿ ਰਿਹਾ ਹੋਵੇ ਤੇ ਮੈਨੂੰ ਯਾਦ ਆਇਆ, ਸੱਚਮੁੱਚ ਹੀ ਮੇਰਾ ਰਿਸ਼ਤਾ ਮੇਰੀ ਸੱਸ ਨਛੱਤਰ ਕੌਰ ਨੇ ਮੰਗ ਕੇ ਲਿਆ ਸੀ। 10ਵੀਂ 'ਚ ਪੜ੍ਹਦੀ ਸੀ ਮੈਂ ਉਦੋਂ। 4 ਭੈਣਾਂ ਸੀ ਤੇ ਭਰਾ ਕੋਈ ਨਹੀਂ ਸੀ। ਮਾਂ-ਬਾਪ ਗਰੀਬੀ ਤੇ ਕਬੀਲਦਾਰੀ ਦੇ ਮਾਰੇ ਹੋਏ। ਜਦੋਂ ਇੰਗਲੈਂਡ ਤੋਂ ਰਿਸ਼ਤਾ ਆਇਆ, ਜਿਵੇਂ ਮੇਰੇ ਮਾਂ-ਪਿਓ ਦਾ ਤਾਂ ਚਾਅ ਨਾ ਚੱਕਿਆ ਜਾਵੇ। ਇੰਗਲੈਂਡ ਤੋਂ ਰਿਸ਼ਤਾ, ਸਾਡੀ ਕੁੜੀ ਨੂੰ, ਉਹ ਵੀ ਆਪ ਮੰਗਣ ਆਏ ਨੇ। ਓਏ ਹੋਏ ਹੋਏ! ਕਿੰਨੇ ਭਾਗਾਂ ਵਾਲੀ ਹੈ ਕੁੜੀ ਸਾਡੀ। ਘਰੇ ਬੈਠੀ ਨੂੰ ਰੱਬ ਔੜਿਆ, ਕੀੜੀ ਦੇ ਘਰੇ ਨਰੈਣ ਆ ਗਿਆ ਤਾਂ। ਮੇਰਾ ਗਰੀਬ ਬਾਪ ਨੇ ਤਾਂ ਪੱਗ ਲਾ ਕੇ ਮੇਰੀ ਸੱਸ ਦੇ ਕਦਮਾਂ 'ਚ ਰੱਖਤੀ। ਮੈਨੂੰ ਕੁਛ ਨਹੀਂ ਚਾਹੀਦਾ ਰਾਮ ਸਿੰਘ। ਬਸ ਕੁੜੀ ਮੇਰੀ ਸੇਵਾ ਕਰੇ ਤੇ ਮੁੰਡੇ ਦਾ ਮਨ ਜਿੱਤ ਲਵੇ ਬਸ। ਆਪਣਾ ਘਰ ਭਾਈ ਸਾਂਭ ਕੇ ਰੱਖੇ, ਹੋਰ ਭਲਾ ਅਸੀਂ ਕੀ ਚਾਹੁੰਦੇ ਹਾਂ? ਆਪਣੇ ਧੀ ਪੁੱਤ ਦਾ ਤਾਂ ਬਸ ਠੰਡੀ ਹਵਾ ਦਾ ਬੁੱਲਾ ਆਵੇ ਉਧਰੋਂ। ਮੇਰੀ ਸੱਸ ਇਉਂ ਗੱਲਾਂ ਮਾਰੇ। ਰਿਸ਼ਤਾ ਪੱਕਾ ਹੋ ਗਿਆ। ਬਾਪੂ ਕਹਿ ਰਿਹਾ ਸੀ ਉੱਥੇ ਜਾ ਕੇ ਹੌਲੀ ਹੌਲੀ ਸਾਰੀਆਂ ਭੈਣਾਂ ਨੂੰ ਸੱਦ ਲਈ ਪੁੱਤ। ਫਿਰ ਬਾਪੂ ਨੂੰ, ਫਿਰ ਬੇਬੇ ਨੂੰ ਵੀ, ਸਾਰੇ ਬਲੈਤ 'ਚ ਹੀ ਸੈੱਟ ਹੋ ਜਾਣਗੇ। ਸ਼ਾਮ ਨੂੰ ਮੇਰੀ ਸੱਸ ਨੇ ਅੱਡ ਬੁਲਾ ਕੇ ਵੀ ਮੈਨੂੰ ਇਹੀ ਕਹਿਤਾ ਕਿ ਕੋਈ ਨਾ ਪੁੱਤ, ਆ ਤੂੰ ਮਨ ਕਾਹਤੋਂ ਹੌਲਾ ਕਰਦੀ ਆ? ਤੂੰ ਸਾਰਿਆਂ ਨੂੰ ਇਹਨਾਂ ਨੂੰ ਪਿੱਛੇ ਬੁਲਾ ਲਈ, ਨਾਲੇ ਆਪਦੇ ਬਾਪੂ ਬੇਬੇ ਨੂੰ ਬੁਲਾ ਲਈ। ਇਹਨਾਂ ਦੀ ਵੀ ਗਰੀਬੀ ਧੋਤੀ ਜਾਊ। ਤੇ ਫਿਰ ਨਾਲ ਹੀ ਮੈਨੂੰ ਕਹਿੰਦੀ, ਦੇਖ ਕੁੜੀਏ, ਮੇਰੀ ਪਹਿਲੀ ਨੂੰਹ ਬਹੁਤ ਕਪੱਤੀ ਸੀ। ਸਾਰਾ ਦਿਨ ਮੁੰਡੇ ਨਾਲ ਕਲੇਸ਼ ਰੱਖਦੀ ਸੀਗੀ। ਮੇਰੇ ਨਾਲ ਅੱਡ ਅੱਡਾ ਲਈ ਰੱਖਦੀ ਸੀ। ਬਾਹਰ ਤੁਰੀ ਫਿਰਦੀ ਸੀ ਆਵਾਗਾਉਣ ਨੂੰ। ਐਵੇਂ ਕਿਹੜਾ ਬੰਦਾ ਬਰਦਾਸ਼ਤ ਕਰ ਲੂ ਭਲਾ ਐ? ਉੱਧਰ ਦੀਆਂ ਕੁੜੀਆਂ ਐਸੀਆਂ ਹੁੰਦੀਆਂ ਨੇ, ਸਾਡੇ ਨਹੀਂ ਮੁੰਡਿਆਂ ਦੇ ਫਿੱਟ ਫੁੱਟ ਬਹਿੰਦੀਆਂ। ਇਸ ਲਈ ਮੈਂ ਤੇਰੀ ਭਲਾ ਮਾਨਸੀ ਦੇਖੀ ਆ ਤਾਂ ਤੇਰਾ ਰਿਸ਼ਤਾ ਆਪ ਮੰਗਣ ਆਈ ਆ, ਸ਼ਰਾਫਤ ਦੇ ਮੂੰਹ ਨੂੰ। ਹੁਣ ਦੇਖ ਲਾ, ਨਹੀਂ ਤਾਂ ਜ਼ਿਮੀਂਦਾਰਾਂ ਦੇ ਮੁੰਡਿਆਂ ਨੂੰ ਤਾਂ 20 ਰਿਸ਼ਤੇ ਆ। ਹੈ, ਨਾਲੇ ਤੈਨੂੰ ਦੱਸਾਂ, ਜੱਟ ਜ਼ਮੀਨਾਂ ਕਰਕੇ ਵਿਆਹੇ ਜਾਂਦੇ ਆ, ਤੀਵੀਆਂ ਦਾ ਘਾਟਾ ਥੋੜ੍ਹਾ ਵਾ ਕੋਈ। ਪਰ ਮੈਂ ਚਾਹੁੰਦੀ ਆ ਮੇਰੇ ਪੁੱਤ ਦਾ ਘਰ ਵਸੇ। ਦੂਜੀ ਵਾਰ ਕੋਈ ਚੰਗੀ ਕੁੜੀ ਆ ਜਿਹੜੀ, ਉਹ ਜੁੜ ਜਾਵੇ। ਉਹਦੀ ਆਵਾਜ਼ ਮੈਨੂੰ ਹੁਣ ਇਉਂ ਲੱਗੀ ਜਿਵੇਂ ਕੋਈ ਥਾਣੇਦਾਰ ਬੋਲ ਰਿਹਾ ਹੋਵੇ। ਮੈਨੂੰ ਧੱਕਾ ਜਿਹਾ ਤਾਂ ਲੱਗਿਆ ਕਿ ਮੁੰਡਾ ਪਹਿਲਾਂ ਹੀ ਵਿਆਹ ਹੋਇਆ, ਪਰ ਬਾਪੂ ਨੇ ਤਾਂ ਦੱਸਿਆ ਹੀ ਨਹੀਂ। ਫਿਰ ਮੈਨੂੰ ਯਾਦ ਆਇਆ ਕਿ ਬਾਪੂ ਦੀ ਕਬੀਲਦਾਰੀ। ਮੈਂ ਸਬਰ ਦਾ ਘੁੱਟ ਭਰ ਲਿਆ। ਕੋਈ ਗੱਲ ਨਹੀਂ ਜੀ, ਮੈਂ ਇਹ ਗੱਲ ਸਿਰਫ ਆਪਣੇ ਤੱਕ ਹੀ ਸੀਮਤ ਰੱਖੂ। ਬਾਪੂ ਨੂੰ ਦੱਸਦੀ ਨਹੀਂ, ਬਾਪੂ ਨੂੰ ਵੀ ਨਹੀਂ ਮੈਂ ਦੱਸਦੀ। ਕੁੜੀਆਂ ਤਾਂ ਵੱਡੇ ਵੱਡੇ ਗਮ ਢਿੱਡਾਂ 'ਚ ਛੁਪਾ ਲੈਂਦੀਆਂ। ਕਹਿੰਦੇ ਤੀਵੀਂ ਦਾ ਢਿੱਡ ਥੋੜ੍ਹਾ ਖੂਹ ਹੀ ਹੁੰਦਾ। ਆਪਣੇ ਮਾਂ-ਬਾਪ ਤੇ ਭੈਣ ਭਰਾ ਲਈ ਜੇ ਦਹਾਜੂ ਨਾਲ ਵੀ ਵਿਆਹ ਕਰਾਉਣਾ ਪੈ ਗਿਆ ਤਾਂ ਕਿਹੜਾ ਸਮਾਨ ਫਟ ਜਾਊ। ਇਹ ਵੀ ਚੱਲ ਵਿਚਾਰੇ ਮੇਰੇ ਸਹਾਰੇ ਰੋਟੀ ਖਾ ਲਿਆ ਕਰਨਗੇ, ਖਾਣ ਜੋਗੇ ਹੋ ਜਾਣਗੇ। ਮੈਨੂੰ ਖੁਦ ਨੂੰ ਤਸੱਲੀ ਜੀ ਹੋਈ। ਫਿਰ ਮੇਰਾ ਵਿਆਹ ਹੋ ਗਿਆ ਪ੍ਰਦੀਪ ਸਿੰਘ ਨਾਲ। ਮੈਂ ਵੀ ਇਵੇਂ ਹੀ ਲਾਲ ਸੂਟ, ਸੋਨੇ 'ਚ ਲੱਦੀ ਹੋਈ, ਗਹਿਣਿਆਂ ਨਾਲ ਏਅਰਪੋਰਟ 'ਤੇ ਉਤਰੀ। ਮੈਨੂੰ ਵੀ ਸਾਰਾ ਟੱਬਰ ਇਉਂ ਹੀ ਲੈਣ ਆਇਆ। ਮੈਨੂੰ ਵੀ ਇਉਂ ਹੀ ਨਨਾਣਾ ਜਿਹੜੀ ਆ ਮੇਰਾ, ਉਹ ਵੀ ਮੂੰਹ ਚੁੰਮਣ। ਘਰ ਆ ਕੇ 8 ਦਿਨਾਂ 'ਚ ਹੀ ਮੈਂ ਸਾਰੇ ਘਰ ਦਾ ਕੰਮ ਸਾਂਭ ਲਿਆ। ਸੱਸ ਨੂੰ ਵਿਹਲੀ ਕਰਤਾ, ਨਨਾਣਾ ਨੂੰ ਬੈਠੀਆਂ ਨੂੰ ਖਾਣ ਨੂੰ ਦਿਆ ਕਰਾਂ। ਸਾਰਾ ਟੱਬਰ ਮੇਰੇ ਤੋਂ ਜਾਣ ਬਾਰੇ। ਜੇ ਚੁੱਪ ਸੀ ਤਾਂ ਮੇਰੇ ਘਰ ਵਾਲਾ ਪ੍ਰਦੀਪ, ਉਹ ਤਾਂ ਮੈਨੂੰ ਦੇਖ ਕੇ ਇੱਕ ਵਾਰ ਮੁਸਕਰਾਇਆ ਤੱਕ ਵੀ ਨਹੀਂ ਸੀ। ਸ਼ਾਇਦ ਇੰਡੀਆ 'ਚ ਤਾਂ ਮੈਂ ਸਮਝਦੀ ਸੀ ਕੋਈ ਨਵਾਂ ਨਵਾਂ ਆਇਆ, ਜਾਂ ਇਹਨੂੰ ਭਾਸ਼ਾ ਦਾ ਫਰਕ ਲੱਗਦਾ ਹੋਣਾ ਤਾਂ ਨਹੀਂ ਚੱਜ ਨਾਲ ਬੁਲਾਉਂਦਾ। ਅੜੀਏ ਹੁਣ ਤਾਂ ਇੱਥੇ ਆਈ ਨੂੰ ਵੀ ਮੈਨੂੰ ਕਿੰਨੇ ਦਿਨ ਹੋ ਗਏ, ਇਹ ਤਾਂ ਝਾਕਦਾ ਤੱਕ ਵੀ ਨਹੀਂ। ਤੁਸੀਂ ਮੇਰੇ ਨਾਲ ਕਿਸੇ ਗੱਲੋਂ ਨਾਰਾਜ਼ ਹੋ? ਨੋ। ਕਹਿੰਦਾ ਇੰਨਾ ਹੀ ਕਿਹਾ ਉਹਨੇ ਬੜੀ ਬੇਰੁਖੀ ਨਾਲ। ਨੋ। ਤੁਸੀਂ ਇਹ ਬੇਰੁਖੀ ਜੀ ਕਿਉਂ ਕਰਦੇ ਹੋ? ਓ ਡੋਂਟ ਬੀ ਸਿਲੀ। ਫਿਰ ਉਹ ਗੁੱਸੇ ਜਿਹੇ ਨਾਲ ਬੋਲਿਆ, ਆਈ ਐਮ ਫਾਈਨ, ਠੀਕ ਹੈ ਮੈਂ। ਫਿਰ ਕੀ ਗੱਲ, ਤੁਸੀਂ ਮੇਰੇ ਨਾਲ ਬੋਲਦੇ ਕਿਉਂ ਨਹੀਂ? ਮੇਰਾ ਥੋੜ੍ਹਾ ਜਿਹਾ ਗੱਚ ਜਿਹਾ ਭਰਿਆ, ਇੰਨੀਆਂ ਗੱਲਾਂ ਕਰਦੇ ਤੇ ਵੀ ਜੇ ਤੂੰ ਠੀਕ ਆ ਤਾਂ ਫਿਰ ਮੇਰੇ ਨਾਲ ਬੋਲਦਾ ਕਿਉਂ ਨਹੀਂ? ਮੇਰੀ ਕੀ ਕਸੂਰ ਆ? ਬੋਲ ਤਾਂ ਰਿਹਾ।
ਨਹੀਂ, ਮੇਰਾ ਮਤਲਬ ਤੁਸੀਂ ਜਿਵੇਂ ਹਸਬੈਂਡ ਵਾਈਫ ਆਪਸ ਵਿੱਚ ਗੱਲਾਂ ਕਰਦੇ, ਦੁੱਖ ਸੁੱਖ ਕਰਦੇ, ਪਰ ਤੁਸੀਂ ਤਾਂ ਨਹੀਂ ਨਹੀਂ, ਮੇਰੇ ਕੋਲ ਇੰਨਾ ਟਾਈਮ ਹੈ ਨਹੀਂ, ਮੇਰੀ ਅਪਾਇੰਟਮੈਂਟ ਹੈ ਡਾਕਟਰ ਤੇ ਜਾਣਾ। ਮੈਂ ਚੱਲਿਆ, ਓਕੇ ਬਾਏ। ਜੇ ਮੈਨੂੰ ਦੇਣ ਲਈ ਤੁਹਾਡੇ ਕੋਲ 2 ਘੰਟੇ ਹੀ ਨਹੀਂ ਤਾਂ ਫਿਰ ਵਿਆਹ ਕਿਉਂ ਕਰਾਉਣਾ ਸੀਗਾ? ਨਾ ਕਰਾਉਂਦੇ ਵਿਆਹ, ਕੀ ਲੋੜ ਸੀ ਵਿਆਹ ਕਰਾਉਣ ਦੀ? ਮੈਨੂੰ ਕੋਈ ਲੋੜ ਨਹੀਂ ਸੀ ਵਿਆਹ ਕਰਾਉਣ ਦੀ, ਮੇਰੀ ਮਾਂ ਨੂੰ ਲੋੜ ਸੀ। ਪੁੱਛ ਜਾ ਕੇ ਉਹਨੂੰ। ਬੀਜੀ ਨੂੰ ਕੀ ਪੁੱਛਣਾ? ਹਸਬੈਂਡ ਵਾਈਫ ਤਾਂ ਆਪਾਂ, ਆਪਸ ਦੀ ਗੱਲ ਤਾਂ ਆਪਾਂ ਹੀ ਕਰਨੀ ਆ। ਮਾਂ ਬਾਪ ਨੂੰ ਕਾਹਨੂੰ ਦੁੱਖ ਦੇਣਾ? ਦੁੱਖ ਦੀ ਕਿਹੜੀ ਗੱਲ ਆ? ਮੈਨੂੰ ਪੁੱਛ ਕੇ ਕੀਤਾ ਉਹਨੇ? ਉਹਨੇ ਕਹੇ ਆਪਣੀ ਮਾਂ ਨੂੰ, ਉਹਨੇ ਮੈਨੂੰ ਪੁੱਛ ਕੇ ਕੀਤਾ? ਉਹਨੇ ਆਪੇ ਲੈ ਕੇ ਆਈ ਆ ਤੈਨੂੰ, ਹੁਣ ਖੁਦ ਸਾਂਭੇ, ਆਪੇ ਲੈ ਕੇ ਆਈ ਆ। ਤੁਹਾਨੂੰ ਨਹੀਂ ਪੁੱਛਿਆ ਸੀ ਵਿਆਹ ਤੋਂ ਪਹਿਲਾਂ? ਜਦੋਂ ਵੀ ਇੰਡੀਆ ਜਾਂਦੀ ਆ ਕੋਈ ਨਾ ਕੋਈ ਗੰਦ ਚੱਕ ਲਿਆਂਦੀ ਉੱਥੋਂ, ਫਿਰ ਕਹੂਗੀ ਇਹਦੇ ਨਾਲ ਵਿਆਹ ਕਰਵਾ, ਇਹਦੇ ਨਾਲ ਵਿਆਹ ਕਰਾ। I don't like such things। ਆ ਕੇ ਮੈਨੂੰ ਧੱਕਾ ਜਿਹਾ ਦੇ ਕੇ ਬਾਹਰ ਚਲੇ ਗਿਆ। ਮੈਂ ਰੋਂਦੀ ਰਹੀ ਸੋਫੇ ਤੇ ਪਈ। ਸ਼ਾਮ ਨੂੰ ਸੱਸ ਘਰੇ ਆਈ, ਮੈਨੂੰ ਉਦਾਸ ਜੀ ਦੇਖ ਕੇ ਪਹਿਲਾਂ ਤਾਂ ਹੱਸ ਪਈ। ਤੂੰ ਕੀ ਬੂਥਾ ਲਟਕਾਇਆ? ਮਾਂ ਜੀ ਅੱਜ ਦੁਪਹਿਰੇ ਘਰੇ ਆਏ ਸੀ, ਕਹਿੰਦੇ ਤੂੰ ਮੈਨੂੰ ਪਸੰਦ ਨਹੀਂ, ਮੇਰੀ ਮਮ ਨੂੰ ਪਸੰਦ ਆ, ਮਾਂ ਹੀ ਤੈਨੂੰ ਲੈ ਕੇ ਆਈ ਹੈ, ਮਾਂ ਹੀ ਤੈਨੂੰ ਸਾਂਭੇ। ਲਾ, ਇਹ ਕੋਈ ਨਵੀਂ ਗੱਲ ਆ? ਦੁਨੀਆ ਦੇ ਸਾਰੇ ਮਰਦ ਸਾਰੀਆਂ ਔਰਤਾਂ ਨੂੰ ਇਹੀ ਕਹਿੰਦੇ ਆ ਕਿ ਤੂੰ ਮੈਨੂੰ ਪਸੰਦ ਨਹੀਂ, ਮੈਂ ਤਾਂ ਗਲ ਪਿਆ ਢੋਲ ਵਜਾਉਣਾ। ਕਮਲੀ, ਤੁਹਾਨੂੰ ਮਾਂ ਜੀ ਇਹ ਹਾਸੇ ਦੀ ਗੱਲ ਲੱਗਦੀ ਆ? ਹੋਰ ਮੈਂ ਰੋਵਾਂ? ਆਦਮੀ ਤੇਰਾ ਤੂੰ ਜਾਣੇ, ਕੋਈ ਕਮੀ ਹੋ ਤੇਰੇ ਚ? ਆਪਣੇ ਆਦਮੀ ਦਾ ਦਿਲ ਜਿੱਤ, ਤੀਵੀਂ ਚਾਹੇ ਖਸਮ ਨੂੰ ਉਂਗਲਾਂ ਤੇ ਨਹੀਂ ਜਾ ਸਕਦੀ ਹੈ। ਇਹ ਜੀ ਜਾਤ ਨਾਲੋਂ ਵੱਡਾ ਤਾਂ ਕੋਈ ਬਾਂਦਰ ਹੀ ਨਹੀਂ। ਤੂੰ ਦੇਖਦੀ ਨਹੀਂ, ਤੇਰਾ ਸਹੁਰਾ ਅੱਜ ਵੀ ਮੇਰੀ ਉਂਗਲਾਂ ਤੇ ਨੱਚਦਾ ਫਿਰਦਾ ਕਿ ਨਹੀਂ? ਸਾਰੀ ਉਮਰ ਬਾਹਰ ਧੱਕੇ ਖਾਂਦਾ ਫਿਰਿਆ ਕਾਲੀਆਂ ਗੋਰੀਆਂ ਕੋਲ, ਪਰ ਮੈਂ ਵੀ ਬੰਦੇ ਦਾ ਪੁੱਤ ਬਣਾ ਕੇ ਛੱਡਿਆ ਇਹਨੂੰ। ਉਹ ਜਿਵੇਂ ਹੰਕਾਰ ਚ ਬੋਲਦੀ ਹੋਵੇ ਸੱਸ। ਪਰ ਮੈਂ ਕੀ ਕਰਾਂ? ਕਰਨਾ ਕੀ ਹੈ? ਕੋਈ ਕੰਮ ਧੰਦਾ ਲੱਭ। ਸਾਰਾ ਦਿਨ ਕਿਵੇਂ ਮਹਾਰਾਣੀ ਵਾਂਗੂ ਤੂੰ ਬੈਠੀ ਰਹੀ ਹੈ ਇੱਥੇ? ਕੰਮ? ਪਰ ਹਾਲੇ ਤਾਂ ਮੇਰੇ ਹੱਥਾਂ ਦੀ ਮਹਿੰਦੀ ਵੀ ਨਹੀਂ ਲਈ ਬੀਜੀ। ਮੈਂ ਆਪਣੇ ਹੱਥ ਉਹਦੇ ਅੱਗੇ ਕੀਤੇ। ਜੇ ਇਉਂ ਹੀ ਬੈਠੀ ਰਹੀ ਤਾਂ ਸਾਰੀ ਜ਼ਿੰਦਗੀ ਨਹੀਂ ਲੈਣੀ ਤੇਰੇ ਹੱਥਾਂ ਦੀ ਮਹਿੰਦੀ। ਮੈਂ ਤੈਨੂੰ ਦੱਸਾਂ, ਲੋਕ ਆਉਂਦੇ ਪਾਉਂਡ ਕਮਾਉਣ ਲੱਗ ਜਾਂਦੇ ਆ। ਤੈਨੂੰ ਤਾਂ 4 ਮਹੀਨੇ ਹੋ ਗਏ ਮੁਫਤ ਦੀਆਂ ਖਾਂਦੀ ਨੂੰ। ਪਤਾ ਕਿੰਨੇ ਮਹਿੰਗੇ ਮੁਲਕ 'ਚ ਬੈਠੀ ਆ? ਬੱਚਾ ਇੱਥੇ ਬਾਅਦ 'ਚ ਪੈਦਾ ਹੁੰਦਾ, ਸਰਕਾਰ ਪਹਿਲਾਂ ਪੈਸੇ ਦੇ ਦਿੰਦੀ ਆ। ਗੱਲਾਂ ਮਾਰਦੀ ਹੈ, ਨਾਲੇ ਬਾਲਾਂ ਦਾ ਜੂੜਾ ਆਪਦੇ ਕਰੀ ਜਾਵੇ ਤੇ ਨਾਲੇ ਖੋਲੀ ਜਾਵੇ। ਮੈਨੂੰ ਸਮਝ ਨਾ ਲੱਗੇ ਬੀਜੀ ਇਹ ਸਾਰੀਆਂ ਗੱਲਾਂ ਮਜ਼ਾਕ 'ਚ ਕਰ ਰਹੇ ਆ ਕਿ ਸੱਚੀ ਕਹਿੰਦੇ ਆ। ਮੈਂ ਕੰਮ ਲੱਭਣ ਲੱਗ ਗਈ। ਫੈਕਟਰੀਆਂ, ਦੁਕਾਨਾਂ, ਰੈਸਟੋਰੈਂਟ 'ਚ ਸਾਰੇ ਪਾਸੇ ਕੰਮ ਪੁੱਛਦੀ ਫਿਰਾਂ। ਨਾ ਬੋਲੀ ਆਉਂਦੀ ਸੀ। ਕੰਮ ਕਿੱਥੋਂ ਮਿਲਣਾ, ਨੌਕਰੀ ਕਿੱਥੋਂ ਲੱਭਣੀ, ਕੋਈ ਤਜਰਬਾ ਪੁੱਛਿਆ ਕਰੇ। 2 ਮਹੀਨੇ ਗੁਜ਼ਰ ਗਏ, ਮੈਨੂੰ ਕੰਮ ਨਾ ਮਿਲਿਆ। ਘਰਦਿਆਂ ਦਾ ਬਦਲਾਅ ਹੁਣ ਆ ਗਿਆ, ਉਹਨਾਂ ਦੇ ਵਰਤਾਓ 'ਚ ਬਦਲਾਅ ਆ ਗਿਆ। ਨਨਾਣਾ ਗੱਲ ਕਰਨੀ ਛੱਡ ਗਈਆਂ, ਦਿਓਰ ਬਾਹਰ ਹੀ ਰਹਿੰਦਾ, ਸਹੁਰਾ ਸੱਸ ਤੇ ਆਰਡਰ ਮਾਰਦੇ, ਆਰਡਰ ਤੇ ਹੀ ਮੈਂ ਚੱਲਾਂ ਤੇ ਆਰਡਰ ਤੇ ਮੇਰੇ ਘਰ ਵਾਲਾ ਪ੍ਰਦੀਪ ਚੱਲੇ। ਪ੍ਰਦੀਪ ਨੂੰ ਤਾਂ ਹੁਣ ਪਹਿਲਾਂ ਹੀ ਮੈਂ ਪਸੰਦ ਨਹੀਂ ਸੀ। ਐਵੇਂ ਕੁੜੀਆਂ ਲੈ ਆਈਆਂ ਇੰਡੀਆ ਤੋਂ, ਮੁੰਡੇ ਤਾਂ ਪਸੰਦ ਹੀ ਨਹੀਂ ਕਰਦੇ। ਫਿਰ ਕਿੱਥੋਂ ਸਿਰ 'ਚ ਸਵਾਹ ਪਵਾ ਲਈਏ? ਨਾ ਕੰਮ ਦੀ, ਨਾ ਕਾਰ ਦੀ, ਦੁਸ਼ਮਣ ਅਨਾਜ ਦੀ। ਮੈਨੂੰ ਕੀ ਪਤਾ ਸੀ ਮੇਰੇ ਪੁੱਤ ਦੇ ਭਾਗ ਇੰਨੇ ਮਾੜੇ ਆ। ਮਾਂ ਹੁਣ ਇਹੋ ਜਿਹੀਆਂ ਗੱਲਾਂ ਕਰਨ ਲੱਗ ਗਈ। ਵਾਪਸ ਭੇਜ ਦੇ ਇਹਨੂੰ, ਮੈਨੂੰ ਨਹੀਂ ਚਾਹੀਦੀ ਇਹ ਔਰਤ। ਮੇਰੇ ਘਰ ਵਾਲਾ ਮੇਰੇ ਸਾਹਮਣੇ ਹੀ ਗੁੱਸੇ 'ਚ ਇਉਂ ਕਹਿ ਦਿਆ ਕਰੇ। ਕਿੱਥੇ ਭੇਜਾਂ ਵਾਪਸ? ਕਿੱਥੇ ਭੇਜਦੇ ਆ? ਵਿਆਹ ਕੇ ਲਿਆਂਦੀ ਆ, ਪਛਤਾਵਾ ਪਛਤਾਵਾ। ਜੇ ਵਿਆਹ ਕੇ ਲੈਂਦੀ ਫਿਰ ਤੂੰ ਹੀ ਰੱਖ, ਮੈਂ ਤਾਂ ਨਹੀਂ ਸੀ। ਮਾਂ ਤੈਨੂੰ ਕਿਹਾ ਹਰੇਕ ਵਾਰ ਜਾਂਦੀ ਆ ਕੋਈ ਨਾ ਕੋਈ ਤੂੰ। ਮੈਂ ਇੰਡੀਆ ਮਾਂ ਨੂੰ ਚਿੱਠੀ ਲਿਖੀ, ਆਪਣੀ ਕਹਾਣੀ ਸੁਣਾਈ ਕਿ ਅਗਲੇ ਮੈਨੂੰ ਪਸੰਦ ਹੀ ਨਹੀਂ ਕਰਦੇ। ਮਾਂ ਮੈਂ ਵਾਪਸ ਆ ਜਾ। ਅਗਲੇ ਹਫ਼ਤੇ ਮਾਂ ਦੀ ਚਿੱਠੀ ਆ ਗਈ। ਧੀਏ, ਧੀਆਂ ਤਾਂ ਆਪਣੇ ਘਰਾਂ 'ਚ ਹੀ ਵਸਦੀਆਂ ਚੰਗੀਆਂ ਲੱਗਦੀਆਂ ਨੇ। ਸੀਤਾ ਨੇ ਆਰਾਮ ਨਾਲ ਕਿੰਨੇ ਦੁੱਖ ਕੱਟੇ, ਪਰ ਸਾਥ ਤਾਂ ਨਹੀਂ ਛੱਡਿਆ। ਦ੍ਰੋਪਦੀ ਸਾਰੀ ਉਮਰ ਬਣਾ 'ਚ ਫਿਰਦੀ ਰਹੀ ਆ। ਔਰਤ ਦਾ ਤਾਂ ਜਨਮ ਹੀ ਦੁੱਖ ਸਹਿਣ ਲਈ ਬਣਿਆ। ਧੀਏ, ਆਪਣੇ ਘਰ 'ਚ ਰਹਿ, ਆਪਣੇ ਮਾਲਕ ਦਾ ਮਨ ਜਿੱਤ। ਰੱਬ ਤੇਰੀ ਤਪੱਸਿਆ ਨੂੰ ਸਫਲ ਕਰੇ ਪੁੱਤ। ਅਸੀਂ ਤਾਂ ਮਸਾਂ ਵਿਆਹੀ ਆ, ਦੁਬਾਰੇ ਨਹੀਂ ਵਿਆਹ ਹੋਣੀ। ਨਾ ਮੇਰਾ ਪੁੱਤ ਵਾਪਸ ਨਾ ਆਈ, ਰੁਲ ਜਾਗੇ। ਹੁਣ ਜੇ ਘਰ ਆ ਕੇ ਬਹਿ ਜਾਏਗੀ ਤਾਂ ਲੋਕ ਗੱਲਾਂ ਕਰਨਗੇ ਪੁੱਤ। ਦੂਜੀਆਂ ਵਿਆਹੁਣੀਆਂ ਔਖੀਆਂ ਹੋ ਜਾਣੀਆਂ। ਦੜ ਵੱਟ ਕੇ ਜਮਾਨਾ ਕੱਟ ਪੁੱਤ। ਚਿੱਠੀ ਪੜ੍ਹ ਕੇ ਮੈਂ ਰੋ ਪਈ। ਇਹੋ ਜਿਹੀ ਤਕਦੀਰ ਸੀ ਮੇਰੀ। ਜਿਨ੍ਹਾਂ ਨੇ ਵਿਆਹ ਕੇ ਲੈਂਦੀ ਆ ਉਹ ਰੱਖਦੇ ਨਹੀਂ, ਪਿੱਛੇ ਕੋਈ ਝੱਲਦਾ ਨਹੀਂ। ਕਿੱਥੇ ਜਾਵਾਂ ਰੱਬਾ ਮੈਂ? ਕੋਈ ਖੂਹ ਖਾਤਾ
ਦੇ ਮੈਨੂੰ ਜਿੱਥੇ ਮੈਂ ਛਾਲ ਮਾਰ ਕੇ ਮਰ ਜਾ, ਅੱਗ ਲਾ ਲਾ, ਸੜ ਜਾ। ਮੈਂ ਤਾਂ ਕਿਸੇ ਨਾਲ ਗੱਲ ਕਰਨ ਜੋਗੀ ਵੀ ਨਹੀਂ। ਸਾਰੇ ਘਰ ਮਾਹੌਲ ਇੱਕੋ ਹੀ, ਸਾਰੇ ਘਰ ਦਾ, ਸਾਰੇ ਘਰ ਦੇ ਅੰਦਰੋਂ ਇੱਕ ਸੱਸ ਪ੍ਰਦੀਪ ਨੂੰ ਸਿਖਾ ਦਿਆ ਕਰੇ, ਐਵੇਂ ਹੀ ਗੱਲ ਪੈ ਗਈ। ਪਿੱਛੋਂ ਲੋਹੜੀ ਔਖੀ ਹੋਈ ਪਈ ਆ, ਨਣ ਦਾ ਮੂੰਹ ਤੇ ਭਾਬੀ ਭਾਬੀ ਕਰਨ, ਪਿੱਛੋਂ ਮਾਂ ਦੀ ਇਹੋ ਜਿਹਾ ਕਰਨ। ਮੇਰੀ ਸੱਸ ਗੁਰਦੁਆਰੇ 'ਚ ਪਾਠ ਕਰਨ ਜਾਂਦੀ ਹੁੰਦੀ, ਸਵੇਰੇ ਸ਼ਾਮ ਪਾਠ ਕਰਦੀ ਤੇ ਘਰ ਆ ਕੇ ਫਿਰ ਉਹੀ ਰੂਪ ਧਾਰਨ ਕਰ ਲਿਆ ਕਰੇ। ਇੱਕ ਦਿਨ ਮੈਂ ਗੁਰਦੁਆਰੇ ਮੱਥਾ ਟੇਕਣ ਗਈ ਤਾਂ ਉੱਥੇ ਕੰਧ ਤੇ ਮਸ਼ੀਨਿਸਟ ਬੀਬੀਆਂ ਦੀ ਲੋੜ ਦਾ ਇਸ਼ਤਿਹਾਰ ਲੱਗਿਆ ਹੋਇਆ ਸੀ। ਮੈਂ ਐਡਰੈਸ ਪੜ੍ਹ ਕੇ ਉੱਥੇ ਚਲੀ ਗਈ। ਸਿਲਾਈ ਕਢਾਈ ਦਾ ਕੋਰਸ ਮੈਂ ਕੀਤਾ ਹੋਇਆ ਸੀਗਾ। ਬਿਜਲੀ ਵਾਲੀ ਮਸ਼ੀਨ ਮੈਨੂੰ ਇੱਕ ਦੋ ਵਾਰੀ ਉਹਨਾਂ ਨੇ ਸਿਖਾਈ ਤੇ ਮੈਂ ਸਿੱਖ ਗਈ। ਤੀਜੀ ਵਾਰੀ ਮੈਂ ਤਾਂ ਗੁੱਡੀਆਂ ਘਮਾਤੀਆਂ। ਸ਼ਾਮ ਤੱਕ ਮੈਂ ਪੂਰੀ ਸਪੀਡ ਨਾਲ ਮਸ਼ੀਨ ਚਲਾ ਕੇ ਜੀਨਾ ਸੀ ਰਹੀ ਸੀ। ਉਹਨਾਂ ਨੇ ਦੇਖਿਆ, ਹੈਰਾਨ ਹੋ ਗਿਆ, ਕਹਿੰਦਾ ਇੰਨੀ ਸਫਾਈ, ਮਜ਼ਾਲ ਆ, ਧਾਗਾ ਇੱਧਰ ਉੱਧਰ ਹੋ ਜਾਵੇ। ਸ਼ਾਬਾਸ਼, ਸ਼ਾਬਾਸ਼ ਮੈਨੂੰ ਉਹਨਾਂ ਨੇ ਦਿੱਤੀ। ਮੈਂ ਘਰ ਆ ਕੇ ਸਾਰਿਆਂ ਨੂੰ ਵਾਰੋ ਵਾਰੀ ਦੱਸਿਆ ਕਿ ਮੈਨੂੰ ਕੰਮ ਮਿਲ ਗਿਆ, ਪਰ ਕਿਸੇ ਨੇ ਗੱਲ ਨੂੰ ਗੌਲਿਆ ਹੀ ਨਹੀਂ ਵੀ ਕੰਮ ਮਿਲ ਗਿਆ, ਜਿਵੇਂ ਮੈਂ ਫਜ਼ੂਲ ਹੀ ਹੋਵਾਂ। ਇੱਕ ਹਫ਼ਤਾ ਹੋ ਗਿਆ, ਗੋਰੇ ਨੇ 150 ਪਾਉਂਡ ਕੱਟ ਕਟਾ ਕੇ ਮੇਰੇ ਹੱਥ ਤੇ ਧਰਤਾ। ਮੈਨੂੰ ਯਕੀਨ ਨਾ ਹੋਵੇ, ਤਨਖਾਹ ਫਾਣ ਲੱਗੀ ਤਾਂ ਖੁਸ਼ੀ 'ਚ ਮੇਰਾ ਰੋਣਾ ਨਿਕਲ ਗਿਆ। ਇੰਨੇ ਪੈਸੇ ਮੈਂ ਤਾਂ ਬਹੁਤ ਟਾਈਮ ਬਾਅਦ ਦੇਖਿਆ। ਮੇਰਾ ਪਰਸ ਨੋਟਾਂ ਨਾਲ ਭਰ ਗਿਆ। ਕੰਮ ਤੋਂ ਸਿੱਧੀ ਗੁਰਦੁਆਰੇ ਗਈ, ਮੱਥਾ ਟੇਕਿਆ ਤੇ ਬਸ, ਸ਼ੁਕਰਾਨਾ ਦਾਤਿਆ ਤੇਰਾ, ਤੇਰੇ ਦਰਬਾਰ ਤੋਂ ਹੁਕਮ ਹੋਇਆ ਤਾਂ ਮੈਨੂੰ ਕੰਮ ਮਿਲਿਆ। ਘਰ ਆ ਕੇ ਮੈਂ ਤਨਖਾਹ ਸੱਸ ਦੇ ਮੂਹਰੇ ਰੱਖਤੀ। ਉਹਨੂੰ ਸੱਚ ਨਾ ਵੇ, ਕਿੰਨੇ ਪੈਸੇ ਮਿਲੇ ਸੀ? 150 ਪਾਉਂਡ ਕੱਟ ਕਟਾ ਕੇ ਮਿਲ ਗਏ ਸੀ ਬੀਜੀ। ਗੋਰਾ ਕਹਿੰਦਾ ਸੀ ਮੇਰੇ ਹੱਥ 'ਚ ਸਫਾਈ ਬਹੁਤ ਆ, ਜੇ ਓਵਰ ਟਾਈਮ ਲਾਉਂਗੀ ਤਾਂ 200 ਤੱਕ ਮਿਲ ਜਾਇਆ ਕਰਨਗੇ। ਇਹ ਤਾਂ 145 ਨੇ, ਬਾਕੀ 5 ਪਾਉਂਡ ਕਿੱਥੇ ਆ? ਬੀਜੀ 5 ਪਾਉਂਡ ਮੈਂ ਗੁਰਦੁਆਰੇ ਮੱਥਾ ਟੇਕਣ ਗਈ ਸੀ, ਬਾਬਾ ਜੀ ਅੱਗੇ ਚੜਾਤੇ। ਮੇਰੀ ਪਹਿਲੀ ਕਮਾਈ ਸੀ ਨਾ, ਮੈਂ ਸੋਚਿਆ ਸੀ ਕਿ ਸੱਸ ਵੀ ਖੁਸ਼ ਹੋ ਗਈ, ਸ਼ਾਬਾਸ਼ ਪੁੱਤ। ਪਰ ਉਹ ਕਹਿੰਦੀ ਪਹਿਲਾਂ ਹੀ ਗੁਰਦੁਆਰੇ ਜਾਣ ਦੀ ਤੈਨੂੰ ਕੀ ਕਾਹਲ ਪੈ ਗਈ ਸੀਗੀ? ਇੱਕ ਅੱਧੀ ਪੈਨੀ ਚੜਾ ਦੀ ਦਿੰਦੀ ਹੈ ਗੁਰਦੁਆਰੇ। ਪਾਉਂਡ ਚੜਾਉਣ ਲੱਗ ਗਈ, ਉਹ ਵੀ 5 ਪਾਉਂਡ ਇਕੱਠੇ ਹੀ। ਸੁਣ ਲੈ ਮੇਰੀ ਗੱਲ, ਅੱਗੇ ਤੋਂ ਪੇ ਪੈਕੇਜ ਆ ਨਾ, ਸਿੱਧਾ ਘਰੇ ਲੈ ਕੇ ਆਇਆ ਕਰ। ਰਾਹ 'ਚ ਜੇ ਲਿਫਾਫਾ ਖੋਲਿਆ ਤਾਂ ਖਬਰਦਾਰ ਰਹੀ। ਆਖ ਕੇ ਉਹਨੇ ਪੈਸੇ ਆਪਣੇ ਪਰਸ 'ਚ ਪਾ ਲਏ। ਨਾਲੇ ਜਿੰਨਾ ਵੀ ਓਵਰ ਟਾਈਮ ਮਿਲ ਕਰਿਆ ਕਰ, ਓਵਰ ਟਾਈਮ ਨੂੰ ਵੱਧ ਹੀ ਨਹੀਂ, ਇੱਥੇ ਵਿਹਲੀ ਬਹਿ ਕੇ ਬਥੇਰਾ ਆਰਾਮ ਕਰ ਲਿਆ। ਆਖ ਕੇ ਉਹ ਆਪਣੇ ਕਮਰੇ 'ਚ ਚਲੀ ਗਈ। ਮੈਨੂੰ ਕੰਮ ਲੱਭ ਗਿਆ, ਜਿਵੇਂ ਰੱਬ ਨੇ ਮੈਨੂੰ ਡੁੱਬਦੀ ਨੂੰ ਆਸਰਾ ਦੇਤਾ ਸੀ। ਪੈਸਾ ਤਾਂ ਔਰਤ ਦਾ ਦੂਜਾ ਖਸਮ ਹੁੰਦਾ। ਇਸ ਖਸਮ ਨੇ ਉਸ ਘਰ ਦੀ ਮੇਰੀ ਕਦਰ ਪਵਾਤੀ, ਜਿੱਥੇ ਮੇਰੇ ਨਾਲ ਜਾਨਵਰਾਂ ਤੋਂ ਵੀ ਬੁਰਾ ਸਲੂਕ ਹੁੰਦਾ ਸੀ। ਵਰਨਾ ਜਿੰਨਾਂ ਔਰਤਾਂ ਦੀ ਆਦਮੀ ਕਦਰ ਨਹੀਂ ਨਾ ਕਰਦੇ, ਸਾਰਾ ਸਮਾਜ ਹੀ ਉਹਨਾਂ ਨੂੰ ਟਿੱਚਰਾਂ ਕਰਦਾ। ਕੀ ਘਰ ਬਾਰ ਤੇ ਕੀ ਦੁਨੀਆ, ਸਾਰੇ ਫਜ਼ੂਲ ਹੀ ਸਮਝਦੇ ਉਹਨਾਂ ਨੂੰ। ਘਰਾਂ 'ਚ ਜਿਹੜੀਆਂ ਰਹੀ ਜਾਂਦੀਆਂ ਨੇ ਢੀਠ ਬਣ ਕੇ ਜਾਂ ਬੇਸ਼ਰਮ ਬਣ ਕੇ, ਜਾਂ ਕਹਿ ਲਓ ਆਪਣਾ ਹੱਕ ਸਮਝ ਕੇ ਜਿਉਣ ਦਾ ਕੋਈ ਹੱਜ ਨਹੀਂ ਹੁੰਦਾ। ਹਾਂ, ਜੇ ਆਦਮੀ ਕਦਰ ਕਰਨ ਵਾਲਾ ਹੋਵੇ ਤਾਂ ਕੀ ਅੰਨੀ ਤੇ ਕੀ ਕਾਣੀ, ਸਭ ਰਾਣੀਆਂ ਹੁੰਦੀਆਂ ਨੇ। ਮੈਂ ਦੇਖਦੀ ਹੁੰਦੀ ਸੀ ਕਿ ਫੈਕਟਰੀ 'ਚ ਮੇਰੇ ਨਾਲ ਕਿਤੋਂ ਵੱਧ ਬਦਸੂਰਤ ਕਾਲੀਆਂ ਪੀਲੀਆਂ ਔਰਤਾਂ ਦੇ ਆਦਮੀ ਉਹਨਾਂ ਦੇ ਕਦਮਾਂ 'ਚ ਵਿਸ਼-ਵਿਸ਼ ਜਾਂਦੇ ਸੀ ਤੇ ਉਹ ਟਕੇ-ਟਕੀ ਨਹੀਂ ਗੱਲਾਂ ਮਾਰਦੇ ਸੀ। ਮੇਰਾ ਆਦਮੀ, ਸਾਡੇ ਇਹ ਮੇਰੇ ਬੱਚੇ, ਮੈਂ ਜਿਵੇਂ ਗੂੰਗੀ ਜੀ ਉਹਨਾਂ ਦੀਆਂ ਗੱਲਾਂ ਸੁਣਦੀ ਰਹਿੰਦੀ। ਕਹਿਣ ਨੂੰ ਮੇਰੇ ਕੋਲ ਕੁਝ ਨਹੀਂ ਸੀ। ਉਹ ਆਪਣੇ ਬੱਚਿਆਂ ਦੀਆਂ ਗੱਲਾਂ ਕਰਦੀਆਂ, ਆਪਣੇ ਆਦਮੀਆਂ ਦੀਆਂ। ਉਹਨਾਂ ਸਾਰੀਆਂ ਤੋਂ ਸੋਹਣੀ ਸੀ ਮੈਂ ਰੰਗ ਰੂਪ 'ਚ, ਰੱਜ ਕੇ ਰੰਗ ਰੂਪ ਦਿੱਤਾ ਸੀ ਪ੍ਰਮਾਤਮਾ ਨੇ। ਪਰ ਘਰ ਵਾਲੇ ਨੂੰ ਪਸੰਦ ਨਹੀਂ ਸੀ ਮੈਂ। ਤਾਂ ਫਿਰ ਮੇਰਾ ਮੁੱਲ ਵੀ ਕੀ ਆ? ਐਵੇਂ ਸਿਰ ਝੁਕਾਈ ਉਹਨਾਂ ਦੀਆਂ ਗੱਲਾਂ ਸੁਣਦੀ ਰਹਿੰਦੀ। ਜਿਹੜੀਆਂ ਔਰਤਾਂ ਘਰੋਂ ਦੁਖੀ ਹੁੰਦੀਆਂ ਨੇ ਨਾ, ਜਿਵੇਂ ਬਾਹਰ ਵਾਲਿਆਂ ਨੂੰ ਵੀ ਉਹਨਾਂ ਨੂੰ ਦੁਖੀ ਕਰਕੇ ਕੁਝ ਸੁੱਖ ਮਿਲਦਾ, ਇਉਂ ਲੱਗਦਾ। ਮੇਰੇ ਕੰਮ ਤੇ ਕਈ ਮਰਦ ਮੈਨੂੰ ਪੁੱਠੇ ਸਿੱਧੇ ਇਸ਼ਾਰੇ ਕਰਦੇ, ਮੇਰੇ ਅੰਦਰ ਤੱਕ ਹਿਰਦਾ ਬਲੂਦਰਿਆ ਜਾਂਦਾ। ਡਰਦੀ ਸੀ ਤੇ ਘਰਦਿਆਂ ਨੇ ਕੰਮ ਤੋਂ ਵੀ ਨਾ ਹਟਾ ਲੈਣ ਮੈਨੂੰ। ਮੇਰੀ ਸੱਸ ਇੰਡੀਆ ਗਈ ਹੋਈ ਸੀ। ਇੱਕ ਦਿਨ ਪ੍ਰਦੀਪ ਆਇਆ, ਮੈਂ ਚੁੱਪ-ਚਾਪ ਰੋਟੀ ਬਣਾ ਕੇ ਦੇਤੀ। ਰੂਮ 'ਚ ਬੈਠਾ ਰਿਹਾ। ਕੀ ਗੱਲ ਹੈ ਜੀ? ਕੋਈ ਗੱਲ ਨਹੀਂ। ਉਹ ਆ ਕੇ ਚੁੱਪ ਜਿਹਾ ਕਰ ਗਿਆ। ਕਹਿੰਦਾ ਮਿੰਦੋ, ਤੂੰ ਤਾਂ ਬਹੁਤ ਸੋਹਣੀ ਹੈ, ਮੈਂ ਤੈਨੂੰ ਕਦੇ ਦੇਖਿਆ ਹੀ ਨਹੀਂ ਸੀ। ਅੱਛਾ ਜੀ, ਇੰਨੀ ਸੋਹਣੀ ਹੈ ਤੂੰ, ਤੁਸੀਂ ਕਿਉਂ ਝੂਠ ਬੋਲਦੇ ਹੋ? ਲਾ, ਝੂਠ ਕਾਹਤੋਂ? ਮੇਰੇ ਤੋਂ ਤਾਂ ਖੁਸ਼ੀ ਦੀ ਮੇਰੀ ਕੋਈ ਹੱਦ ਨਾ ਰਹੀ ਕਿ ਮੇਰੇ ਘਰ ਵਾਲੇ ਨੇ ਪਹਿਲੀ ਵਾਰ ਮੈਨੂੰ ਸੋਹਣੀ ਕਿਹਾ ਸੀ। ਜਿਵੇਂ ਮੈਨੂੰ ਇਉਂ ਸਾਹ ਚੜ ਗਿਆ ਜਿਵੇਂ ਕੋਈ ਪਹਾੜ ਚੜ੍ਹ ਕੇ ਆਈ ਹੋਵਾਂ। ਮੈਨੂੰ ਲੱਗੇ ਕਿ ਸੁਹਾਗਣ ਸੱਚੀ ਮੈਂ ਅੱਜ ਹੋਈ ਹਾਂ। ਪਹਿਲਾਂ ਤਾਂ ਕਾਗਜ਼ੀ ਵਿਆਹ ਸੀ। ਸਵੇਰ ਨੂੰ ਉੱਠ ਕੇ ਕਹਿੰਦਾ, ਮਿੰਦੋ ਕਿੰਨੇ ਪੈਸੇ ਆ ਤੇਰੇ ਕੋਲ? ਜੀ ਬੀਜੀ ਗਏ ਨੇ 4 ਵੀਕਾਂ ਦੀ ਤਨਖਾਹ, ਅੱਗੇ ਤਾਂ ਬੀਜੀ ਲੈ ਲੈਂਦੇ, ਉਹ ਗਏ ਆ ਇੰਡੀਆ। ਬਸ, ਮੈਨੂੰ ਤਾਂ ਬਹੁਤ ਵੱਡੀ ਪ੍ਰੋਬਲਮ ਆ ਮਿੰਦੋ, ਖਾਸੇ ਪੈਸਿਆਂ ਦੀ ਜ਼ਰੂਰਤ ਹੈ। ਕੀ ਪ੍ਰੋਬਲਮ ਆ ਗਈ ਜੀ ਤੁਹਾਨੂੰ? ਬਿਜ਼ਨਸ 'ਚ ਘਾਟਾ ਪੈ ਗਿਆ। ਹੁਣ ਬੈਂਕ ਵਾਲੇ ਕਹਿੰਦੇ ਵੀ ਛੇਤੀ ਛੇਤੀ ਪੈਸੇ ਭਰ। ਅੱਛਾ ਜੀ, ਬਿਜ਼ਨਸ 'ਚ ਘਾਟਾ ਪੈ ਗਿਆ,
ਮੇਰੇ ਪੈਸੇ ਲੈ ਲਓ ਤੁਸੀਂ। ਇੰਨੇ ਕੁ ਪੈਸੇ ਨਾਲ ਨਹੀਂ ਨਾ ਕੁਛ ਬਣਨਾ। ਹੋਰ ਕਿੰਨੇ ਕੁ ਚਾਹੀਦੇ ਆ? ਤੇਰਾ ਗੋਲਡ ਜਿਹੜਾ ਮੰਮੀ ਨੇ ਦਿੱਤਾ ਸੀਗਾ ਇੰਡੀਆ ਵਾਲਿਆਂ ਨੇ, ਮਤਲਬ ਮੇਰੇ ਗਹਿਣੇ? ਕਿਉਂ? ਗਹਿਣੇ ਤੈਨੂੰ ਮੇਰੇ ਨਾਲੋਂ ਜ਼ਿਆਦੇ ਪਿਆਰੇ ਆ? ਮਰਜ਼ੀ ਆ ਤੇਰੀ, ਰਹਿਣ ਦੇ ਫਿਰ। ਮੈਂ ਕਿਹੜਾ ਤੇਰੇ ਤੋਂ ਮੰਗਦਾ। ਨਹੀਂ, ਨਹੀਂ, ਮੈਂ ਤਾਂ ਉਹੀ ਕਹਿੰਦੀ ਸੀ ਤੁਸੀਂ ਆਹ ਲਓ ਮੇਰੇ ਸਾਰੇ ਗਹਿਣੇ ਲੈ ਜਾਓ। ਮੈਂ ਕੰਬਦੀ ਆਵਾਜ਼ 'ਚ ਕਿਹਾ। ਓਕੇ, ਪਰ ਤੂੰ ਮੇਰੀ ਮਮ ਨੂੰ ਨਾ ਦੱਸੀ। ਅਦਰਵਾਈਜ਼ ਯੂ ਨੋ ਵੈਰੀ ਵੈਲ, ਤੈਨੂੰ ਪਤਾ ਹੀ ਹੈ ਫਿਰ। ਨਾਲ ਹੀ ਉਹਨੇ ਮੇਰੀ ਥੋੜ੍ਹੀ ਜਿਹੀ ਗੁੱਤ ਖਿੱਚਤੀ। ਮੈਂ ਗਹਿਣੇ ਪ੍ਰਦੀਪ ਨੂੰ ਦੇਤੇ ਤੇ ਆਪਣੀ ਤਨਖਾਹ ਵੀ। ਅੱਜ ਮੇਰਾ ਚਾਅ ਨਹੀਂ ਸੀ ਚੁੱਕਿਆ ਜਾ ਰਿਹਾ, ਕਿਉਂਕਿ ਅੱਜ ਮੇਰਾ ਪਤੀ ਮੇਰਾ ਹੋਇਆ ਸੀ। ਔਰਤ ਤਾਂ ਮਰਦਾਂ ਦੇ ਕਦਮਾਂ ਦੀ ਧੂੜ ਹੈ। ਉਹਦੇ ਵਾਸਤੇ ਗਹਿਣੇ ਕੀ ਹੈ? ਉਹ ਤਾਂ ਆਪਣੇ ਆਪ ਨੂੰ ਵੇਚ ਦਿੰਦੀ ਹੈ, ਆਪਣੇ ਆਦਮੀ ਦਾ ਮਨ ਜੋ ਜਿੱਤਣਾ। ਜੇ ਘਰ 'ਚ ਪਤੀ ਨਹੀਂ ਖੁਸ਼ ਤਾਂ ਪਰਮੇਸ਼ਰ ਵੀ ਨਹੀਂ ਖੁਸ਼। ਇਸ ਲਈ ਔਰਤ ਦਾ ਧਰਮ ਹੈ ਕਿ ਹਰ ਤਰੀਕਾ ਵਰਤ ਕੇ ਉਹ ਮਾਨਵ ਰੂਪੀ ਆਪਣੇ ਪਰਮੇਸ਼ਰ ਨੂੰ ਖੁਸ਼ ਕਰੇ। ਕਿੰਨਾ ਸੁੱਖ ਮਿਲਦਾ ਸੱਚੀ ਪਤੀ ਦੀ ਸੇਵਾ ਕੀਤੇ ਤੋਂ। ਐਵੇਂ ਤਾਂ ਨਹੀਂ ਵੇਦਾਂ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ। ਤੇ ਮੈਂ ਆਪਣੇ ਦੇਵਤਾ ਤੇ ਆਪਾ ਵਾਰਨ ਲਈ ਤਿਆਰ ਸੀ। ਆਖਰ ਇਹ ਬਾਜੀ ਮੈਂ ਹਾਰ ਕੇ ਜਿੱਤਣੀ ਸੀ। ਇੱਕ ਰਾਤ ਪ੍ਰਦੀਪ ਦੀ ਮੈਂ ਉਡੀਕ ਕਰਦੀ ਰਹੀ, ਦੂਜੇ ਦਿਨ, ਤੀਜੇ ਦਿਨ ਕਰਦੀ ਰਹੀ, ਚੌਥੇ ਦਿਨ ਕਰਦੀ ਰਹੀ। ਹਫ਼ਤਾ ਆਇਆ ਹੀ ਨਾ, ਹਫ਼ਤੇ ਬਾਅਦ ਇੱਕ ਦਿਨ ਉਹ ਮੈਨੂੰ ਕੰਮ ਤੋਂ ਬਾਹਰ ਲੈਣ ਆ ਗਿਆ। ਕਈ ਦਿਨ ਹੋ ਗਏ ਤੁਸੀਂ ਘਰੇ ਨਹੀਂ ਆਏ। ਬਿਜੀ ਹੋ ਗਿਆ ਸੀ ਕਹਿੰਦਾ ਮੈਂ, ਟਾਈਮ ਹੀ ਨਹੀਂ ਮਿਲਿਆ। ਘਰ ਚੱਲੋ, ਮੈਂ ਨਹੀਂ ਤੁਹਾਨੂੰ ਕਿਤੇ ਜਾਣ ਦੇਣਾ। ਮੈਂ ਬੱਚਿਆਂ ਵਾਂਗੂ ਰਿਹਾੜ ਕਰਨ ਲੱਗ ਗਈ। ਉਹ ਮੇਰੇ ਨਾਲ ਘਰੇ ਆ ਗਿਆ। ਹੁਣ ਆਮ ਜੀ ਗੱਲ ਹੋ ਗਈ ਸੀ। ਉਹ ਆ ਜਾਂਦਾ ਸੀ, ਚਲੇ ਜਾਂਦਾ ਸੀ, ਆ ਜਾਂਦਾ ਸੀ, ਚਲੇ ਜਾਂਦਾ ਸੀ। ਇੱਕ ਦੋ ਰਾਤਾਂ ਰਹਿੰਦਾ ਸੀ, ਫਿਰ ਚਲੇ ਜਾਂਦਾ ਸੀ। ਮੈਂ ਪੈਸੇ ਕੀ ਕਰਨੇ ਸੀ? ਉਹਨੂੰ ਅਸਲ ਦੇ ਵਿੱਚ ਲਾਲਚ ਸੀ ਕਿ ਪੈਸੇ ਹੀ ਲੈਣ ਆਉਂਦਾ ਸੀ, ਤੇ ਪੈਸੇ ਮੈਂ ਵੀ ਕੀ ਕਰਨੇ ਸੀ। ਮੈਨੂੰ ਇਹ ਸੌਦਾ ਵੀ ਬੁਰਾ ਨਹੀਂ ਲੱਗਿਆ। ਚੱਲ, ਮੈਨੂੰ ਮੇਰਾ ਪਤੀ ਤਾਂ ਮਿਲ ਗਿਆ। ਜੇ ਪੈਸੇ ਲੈ ਜਾਂਦਾ ਕੋਈ ਨਾ, ਨਹੀਂ ਤਾਂ ਲੰਦਨ ਦੀ ਅੰਗਰੇਜ਼ੀ ਬੋਲਣ ਵਾਲੇ ਮੁੰਡੇ ਨੂੰ ਮੇਰੇ ਵਰਗੀ ਅਨਪੜ੍ਹ ਕੁੜੀ ਕਿੱਥੋਂ ਪਸੰਦ ਆਉਣੀ ਸੀ। ਮੈਂ ਤਾਂ ਉਹਦੇ ਝੂਠੇ ਪਿਆਰ ਦੇ ਵਿੱਚ ਹੀ ਖੁਸ਼ ਹੋ ਗਈ ਵੀ ਕੋਈ ਨਹੀਂ, ਉਹਦੀਆਂ ਹੋ ਜਾਣੇ। ਮੈਂ ਉਹਨੂੰ ਅਸਲੀਅਤ ਹੀ ਮੰਨਣ ਲੱਗ ਗਈ। ਆਪਣੇ ਮਾੜੇ ਨਸੀਬਾਂ ਤੇ ਮੈਨੂੰ ਹੁਣ ਕੋਈ ਅਫਸੋਸ ਨਹੀਂ ਸੀ। ਚਲੋ, ਝੂਠ ਦੇ ਸਹਾਰੇ ਜ਼ਿੰਦਗੀ ਕੱਟ ਲਾਂਗੇ। ਮੇਰੇ ਕੋਲ ਹੋਰ ਹੈ ਵੀ ਕੀ ਸੀ? ਦੁਨੀਆ ਦੀਆਂ ਅੱਧੀਆਂ ਤੋਂ ਵੱਧ ਔਰਤਾਂ ਤਾਂ ਸਭ ਕੁਝ ਜਾਣਦੇ ਬੁੱਝਦੇ ਹੋਏ ਵੀ ਇਹੀ ਝੂਠ ਦੇ ਆਸਰੇ ਜਿਉਂ ਜਾਂਦੀਆਂ ਨੇ ਕਿ ਮਰਦ ਉਹਨਾਂ ਦਾ ਉਹਨੂੰ ਬਹੁਤ ਪਿਆਰ ਕਰਦਾ। ਭਾਵੇਂ ਉਹ ਸਾਹਮਣੇ ਦੂਜੀ ਤੀਵੀਂ ਲਿਆ ਕੇ ਬਿਠਾ ਦੇਵੇ, ਤਾਂ ਵੀ ਕਹੀ ਜਾਣਗੀਆਂ ਮੇਰਾ ਪਤੀ ਤਾਂ ਸਿਰਫ ਮੈਨੂੰ ਹੀ ਪਿਆਰ ਕਰਦਾ। ਕਿੰਨੀ ਵੱਡੀ ਤਸੱਲੀ ਦੇਈ ਜਾਂਦੀਆਂ ਨੇ ਆਪਣੇ ਆਪ ਨੂੰ। ਜਿਵੇਂ ਕਿਸੇ ਦੇ ਟੁੱਟਦੇ ਸਾਹਾਂ ਨੂੰ ਜੋੜਨ ਵਾਲੀ ਆਕਸੀਜਨ ਲਾਤੀ ਹੋਵੇ, ਉਵੇਂ ਕਈ ਵਾਰ ਬੰਦਾ ਮਰ ਰਹੇ ਰਿਸ਼ਤਿਆਂ ਨੂੰ ਝੂਠੀਆਂ ਤਸੱਲੀਆਂ ਦੇ ਬਨਾਵਟੀ ਸਾਹ ਦੇਣ ਲੱਗ ਜਾਂਦਾ। ਆਪਣੇ ਇਸ ਦਮ ਤੋੜ ਰਹੇ ਰਿਸ਼ਤੇ ਨੂੰ ਜਿੰਦਾ ਰੱਖਣ ਲਈ ਮੈਨੂੰ ਪ੍ਰਦੀਪ ਦੇ ਪਿਆਰ ਦੀ ਬਹੁਤ ਬਹੁਤ ਸਖਤ ਜ਼ਰੂਰਤ ਸੀ, ਭਾਵੇਂ ਉਹ ਝੂਠਾ ਹੀ ਸਹੀ। ਚਲੋ, ਕਦੇ ਤਾਂ ਝੂਠ ਸੱਚ 'ਚ ਬਦਲੂ। ਕਹਿੰਦੇ ਆ ਜੇ ਇੱਕ ਝੂਠ 100 ਵਾਰ ਬੋਲਿਆ ਜਾਵੇ ਤਾਂ ਸੱਚ ਬਣ ਜਾਂਦਾ। ਇਹ ਪ੍ਰਦੀਪ ਦਾ ਝੂਠ ਸੀ ਜਾਂ ਮੇਰਾ ਸੱਚ, ਪਰ ਰੱਬ ਨੇ ਮੇਰੀ ਸੁਣ ਲਈ ਸੀ। ਮੈਂ ਪ੍ਰੈਗਨੈਂਟ ਹੋ ਗਈ ਸੀ। ਮੈਂ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਕਿ ਮੇਰੀ ਕੁੱਖ ਹਰੀ ਹੋਈ ਆ। ਹੁਣ ਮੇਰਾ ਵਸੇਬਾ ਇਸ ਘਰ 'ਚ ਹੋ ਜੂ। ਸਿਰ ਤੋਂ ਇੱਕ ਬੋਝ ਲੱਥ ਗਿਆ ਵੀ ਹੁਣ ਪ੍ਰਦੀਪ ਮੈਨੂੰ ਛੱਡ ਕੇ ਤਾਂ ਕਿਤੇ ਨਹੀਂ ਜਾਂਦਾ। ਭਲਾ ਆਪਣੇ ਬੱਚਾ ਕਿਹਨੂੰ ਨਹੀਂ ਪਿਆਰਾ ਹੁੰਦਾ ਬੰਦੇ ਨੂੰ? ਉਧਰੋਂ ਸੱਸ ਹੁਣ ਮੇਰੀ ਇੰਡੀਆ ਤੋਂ ਆਉਂਦੀ ਹੈ ਤੇ ਮੈਂ ਉਹਨੂੰ ਲੈਣ ਜਾਂਦੀ ਹਾਂ। ਇੰਨੀ ਛੇਤੀ ਢਿੱਡ ਵਧਾ ਲਿਆ? ਕੀ ਲੋੜ ਸੀ? ਮੇਰੇ ਜਾਣ ਦੀ ਲੋੜ ਸੀ। ਖਸਮ ਨੂੰ ਕਿਵੇਂ ਕਾਬੂ 'ਚ ਕਰ ਲਿਆ। 2-4 ਸਾਲ ਹੋਰ ਕਮਾ ਲੈਂਦੇ, ਘਰ ਲੈ ਲੈਂਦੇ ਆਪਦਾ। ਪਹਿਲਾਂ ਜਵਾਕਾਂ ਦੀ ਪੈ ਗਈ ਤੁਹਾਨੂੰ। ਉਹ ਏਅਰਪੋਰਟ ਤੋਂ ਬੋਲਣ ਲੱਗੀ। ਮੈਂ ਕੀ ਕਹਿੰਦੀ ਭਲਾ? ਹੁਣ ਪ੍ਰਦੀਪ ਨੇ ਦੁਬਾਰੇ ਫਿਰ ਘਰੇ ਆਉਣਾ ਬੰਦ ਕਰਤਾ, ਜਿਵੇਂ ਉਹ ਮਾਂ ਤੋਂ ਡਰਦਾ ਹੋਵੇ। ਹੌਲੀ ਹੌਲੀ 8 ਮਹੀਨੇ ਲੰਘ ਗਏ। ਮੈਂ ਕੰਮ ਤੋਂ ਛੁੱਟੀ ਲੈ ਲਈ। 10ਵੇਂ ਮਹੀਨੇ ਮੇਰੇ ਘਰ ਕੁੜੀ ਨੇ ਜਨਮ ਲਿਆ। ਜਿਵੇਂ ਸਾਰੇ ਟੱਬਰ ਦਾ ਮੂੰਹ ਉੱਡ ਗਿਆ। ਮੈਂ ਕੋਈ ਗੁਨਾਹ ਕੀਤਾ ਹੋਵੇ ਜਿਵੇਂ। ਸਭ ਨੇ ਮੇਰੇ ਨਾਲ ਬੋਲਣਾ ਛੱਡਤਾ, ਸਾਰੇ ਇਕੱਠੇ ਹੋ ਗਏ ਤੇ ਮੈਂ ਇਕੱਲੀ। ਪਰ ਸ਼ਾਇਦ ਹੁਣ ਮੈਂ ਇਕੱਲੀ ਨਹੀਂ ਸੀ। ਹੁਣ ਮੇਰੀ ਧੀ ਮੇਰੇ ਨਾਲ ਸੀ, ਮੇਰੇ ਜਿਉਣ ਦਾ ਆਸਰਾ। ਮੈਨੂੰ ਉਹਨਾਂ ਦੀ ਜ਼ਿਆਦਾ ਪ੍ਰਵਾਹ ਵੀ ਨਹੀਂ ਰਹੀ। ਥੋੜੇ ਦਿਨਾਂ ਬਾਅਦ ਹੀ ਮੈਂ ਵਾਪਸ ਕੰਮ ਤੇ ਚਲੀ ਗਈ। ਸਾਡੇ ਕੰਮ ਤੇ ਇੱਕ ਨਵੀਂ ਜਨਾਨੀ ਨੇ ਆਉਣਾ ਸ਼ੁਰੂ ਕੀਤਾ। ਅਧਖੜ ਜੀ ਉਮਰ ਦੀ ਸੀਗੀ। ਮੇਰੇ ਨਾਲ ਦੋਸਤੀ ਪੈ ਗਈ। ਗੱਲਾਂ ਬਾਤਾਂ 'ਚ ਉਹਨੇ ਮੇਰੇ ਘਰ ਦਾ ਪਤਾ ਪੁੱਛ ਲਿਆ ਤੇ ਮੈਂ ਘਰ ਦਾ ਪਤਾ ਦੱਸਤਾ। ਨਹੀਂ ਕਿਤੇ ਤੂੰ ਨਛੱਤਰ ਕੌਰ ਦੀ ਨੂੰਹ ਤਾਂ ਨਹੀਂ? ਹਾਂਜੀ ਆਂਟੀ, ਤੁਸੀਂ ਜਾਣਦੇ ਹੋ ਉਹਨਾਂ ਨੂੰ? ਲਾ, ਉਹਨਾਂ ਨੂੰ ਭੁੱਲਿਆ ਕਿਹੜਾ ਹੋਇਆ ਉਹਨੂੰ? ਸਾਰਾ ਸ਼ਹਿਰ ਜਾਣਦਾ, ਸਾਰਾ ਸ਼ਹਿਰ ਜਾਣਦਾ, ਪਰ ਮੈਨੂੰ ਤਾਂ ਕਦੇ ਆਂਟੀ ਕਿਸੇ ਨੇ ਪਛਾਣਿਆ ਨਹੀਂ ਕਿ ਮੈਂ ਨਛੱਤਰ ਕੌਰ ਦੀ ਨੂੰਹ ਆ। ਤੂੰ ਕਿਤੇ ਗਈ ਹੋਵੇ ਤਾਂ ਤੈਨੂੰ ਕੋਈ ਪਛਾਣੇ? ਬਾਹਰ ਤਾਂ ਤੈਨੂੰ ਨਿਕਲ ਨਹੀਂ ਦਿੰਦੇ। ਅਖੇ ਚੋਰ ਦੀ ਕੋਠੀ, ਚੋਰ ਦੀ ਮਾਂ ਕੋਠੀ 'ਚ ਮੂੰਹ। ਚੋਰੀ ਦੇ ਸਮਾਨ ਵਾਂਗੂ ਤਾਂ ਤੈਨੂੰ ਉਹਨਾਂ ਨੇ ਰੱਖਿਆ ਹੈ। ਨਾ ਕਿਸੇ ਨਾਲ ਮਿਲਣਾ, ਨਾ ਵਰਤਣਾ, ਪਛਾਣਨਾ ਤੈਨੂੰ ਕਿਹਨੇ ਆ? ਮੈਨੂੰ ਤਾਂ ਨਹੀਂ ਪਤਾ ਆਂਟੀ, ਸਾਡੀ ਕੋਈ ਹੋਰ ਰਿਸ਼ਤੇਦਾਰ ਵੀ ਹੈ ਇੱਥੇ? ਚੱਲ ਨਹੀਂ ਪਤਾ ਤਾਂ ਨਾ ਸਹੀ,
ਪਰ ਇਹਦੀ ਪਹਿਲੀ ਤੀਵੀਂ ਦਾ ਕੀ ਬਣਿਆ? ਪਹਿਲੀ ਤੀਵੀਂ ਖਾਸਾ ਰਫੜ ਪਿਆ ਸੀ ਉਹਨਾਂ ਨਾਲ, ਕਈ ਸਾਲ ਕੇਸ ਚੱਲਦਾ ਰਿਹਾ ਤਲਾਕ ਦਾ। ਉਹ ਤਾਂ ਕਲੀਅਰ ਹੋ ਗਿਆ ਸੀ ਆਂਟੀ, ਮੈਨੂੰ ਦੱਸਿਆ ਸੀ ਇਹਨਾਂ ਨੇ ਵਿਆਹ ਤੋਂ ਪਹਿਲਾਂ। ਹੁਣ ਤਾਂ ਸੁੱਖ ਨਾਲ ਮੇਰੇ ਘਰ ਵੀ ਧੀ ਹੋ ਗਈ ਆ। ਮੈਂ ਆਪਣੇ ਪਤੀ ਦੇ ਪਹਿਲੇ ਵਿਆਹ ਦਾ ਜ਼ਿਕਰ ਛੇੜ ਕੇ ਖੁਦ ਨੂੰ ਦੁਖੀ ਕਰਨਾ ਹੀ ਨਹੀਂ ਸੀ ਚਾਹੁੰਦੀ। ਧੀ ਹੋ ਗਈ ਹੈ, ਧੀ ਹੋ ਗਈ ਤਾਂ ਕਿਹੜਾ ਪੂਲ ਨਿਕਲਿਆ ਆ? ਅੱਗੇ ਬਥੇਰੇ ਦੇ ਥਾਂ ਥਾਂ ਤੇ ਜਵਾਕ ਰੋਂਦੇ ਫਿਰਦੇ ਆ। ਉਹਨੇ ਇੱਕ ਹੋਰ ਹਮਲਾ ਕਰਤਾ, ਇਹਨਾਂ ਦੇ ਤਾਂ ਪਹਿਲਾਂ ਕੋਈ ਬੱਚਾ ਬੁੱਚਾ ਹੈ ਹੀ ਨਹੀਂ ਸੀ ਆਂਟੀ, ਇਹਦੇ ਕਿਹੜੇ ਜਵਾਕ ਰੋਂਦੇ ਫਿਰਦੇ ਆ? ਬੱਚਾ ਕਿਉਂ ਨਹੀਂ ਸੀਗਾ? ਪਹਿਲੀ ਦੇ 2-3 ਨਿਆਣੇ ਸੀਗੇ, ਕਿਸੇ ਗੋਰੀ ਨਾਲ ਰਹਿੰਦਾ ਸੀ, 2 ਨਿਆਣੇ ਉਹਦੇ ਸੀਗੇ। ਫਿਰ ਇੰਡੀਆ ਵਿਆਹ ਕਰਾ ਕੇ ਆਇਆ, ਉਹ ਛੱਡਤੀ, ਹੁਣ ਤੇਰੇ ਨਾਲ ਵਿਆਹ ਕਰਾ ਲਿਆ। ਕਿਸੇ ਇੱਕ ਦੀ ਜ਼ਿੰਦਗੀ ਥੋੜ੍ਹਾ ਖਰਾਬ ਕੀਤੀ ਇਹਨਾਂ ਨੇ, ਪਤਾ ਨਹੀਂ ਕਿਹਦੀਆਂ ਕਿਹਦੀਆਂ ਦਰਸੀਸਾਂ ਲਈਆਂ ਨੇ ਬੁੜੀ ਨੇ। ਜਿਹੜੀ ਪਹਿਲੀ ਸੀ ਮੇਰੀ ਸਕੀ ਮਾਸੀ ਦੀ ਪੋਤੀ ਸੀ, ਉਹਦਾ ਉਹ ਹਾਲ ਕੀਤਾ ਬਈ ਰਹੇ ਰੱਬ ਦਾ ਨਾਂ। ਪੈਸਾ ਧੇਲਾ ਦਾਜ ਦਹੇਜ ਲੈ ਕੇ ਜੇਬ 'ਚ ਪਾ ਲੈਂਦੀ ਆ, ਤੇ ਮੁੜ ਕੇ ਤੂੰ ਕੌਣ ਤੇ ਮੈਂ ਕੌਣ? ਪਤਾ ਨਹੀਂ ਬਈ ਕਿਹਦਾ ਦੱਬਿਆ ਤੇ ਮਾਰਿਆ ਇਹਨੇ, ਖਫੇ ਕੁੱਟਣੀ ਨੇ। ਚੰਗਾ, ਮੈਂ ਤਾਂ ਕਹਿੰਦੀ ਆ ਔਲਾਦ ਦੇ ਮੂਹਰੇ ਆਉਣ। ਜਿਹੜੀ ਲੋਕਾਂ ਦੀ ਧੀਆਂ ਦੀ ਖੇਹ ਖਰਾਬੀ ਕਰਦੀ ਫਿਰਦੀ ਹੈ ਨਾ, ਆਖੇ ਮਾਪਿਆਂ ਦੇ ਗੁਨਾਹ ਦੀ ਸਜ਼ਾ ਜਿਹੜੀ ਆ ਉਹ ਭੁਗਤਣੀ ਪੈਂਦੀ ਹੈ ਔਲਾਦ ਨੂੰ। ਆਂਟੀ, ਮੈਂ ਉਸਨੂੰ ਬੋਲਦੀ ਨੂੰ ਪਿੱਛੇ ਟੋਕਤਾ। ਮੈਨੂੰ ਨਹੀਂ ਪਤਾ ਸੀ ਇਸ ਕਹਾਣੀ ਦਾ, ਮੈਨੂੰ ਕਿਸ ਨੇ ਹੋਰ ਦੱਸਿਆ ਵੀ ਨਹੀਂ। ਮੇਰੀ ਅੱਖਾਂ ਭਰੀਆਂ। ਤੈਨੂੰ ਵਿਚਾਰੀ ਨੂੰ ਹੁਣ ਕੀ ਪਤਾ ਹੋਣਾ ਤੇ ਤੈਨੂੰ ਦੱਸਣਾ ਕਿਹਨੇ ਆ? ਸਾਨੂੰ ਤਾਂ ਇਹੀ ਕਿਹਾ ਸੀ ਕਿ ਮੁੰਡੇ ਦੀਆਂ ਉੱਥੇ ਫੈਕਟਰੀਆਂ ਚੱਲਦੀਆਂ ਨੇ। ਪਹਿਲੀ ਕੁੜੀ ਇੰਗਲੈਂਡ ਦੀ ਸੀ, ਕਪੱਤੀ ਸੀ, ਸੁਭਾਅ ਨਹੀਂ ਮਿਲਿਆ। ਹੁਣ ਸਾਨੂੰ ਇੰਨੀ ਦੂਰ ਬੈਠਿਆਂ ਨੂੰ ਪਤਾ ਕੀ ਲੱਗਣਾ ਸੀ ਆਂਟੀ ਅਸਲੀਅਤ ਦਾ? ਬਸ ਇੱਥੇ ਤਾਂ ਮਾਰ ਖਾ ਜਾਂਦੇ ਆ ਮਾਪੇ ਇੰਡੀਆ ਵਾਲੇ, ਪੁੱਛਦੇ ਨਹੀਂ ਦੱਸਦੇ ਨਹੀਂ। ਬਾਹਰ ਦਾ ਨਾਂ ਸੁਣਿਆ ਨਹੀਂ ਤਾਂ ਬਸ ਪਾਸਪੋਰਟ ਬਣਾ ਲਓ, ਨਾਲ ਦੇ ਨੂੰ ਵੀ ਨਹੀਂ ਕਿਸੇ ਨੂੰ ਪੁੱਛਣਾ। ਪਰ ਹੁਣ ਮੈਂ ਕੀ ਕਰਾਂ ਆਂਟੀ? ਮੈਂ ਕੁਝ ਪੁੱਛਾਂਗੀ ਤਾਂ ਸਾਰਾ ਟੱਬਰ ਮੁੱਕਰ ਜੂ। ਮੈਂ ਤਾਂ ਨਹੀਂ ਕੀਤਾ, ਸਾਰੇ ਕਹਿ ਕੇ ਸੱਚੇ ਹੋ ਜਾਣਗੇ, ਮੈਂ ਝੂਠੀ ਹੋ ਜੂ। ਐਵੇਂ ਕਾਹਨੂੰ ਵਿਗਾੜ ਪਾਉਣਾ? ਨਾ ਭਾਈ, ਨਾਲੇ ਤੂੰ ਵਿਗਾੜ ਵੀ ਉਹਨਾਂ ਦਾ ਕੀ ਸਕਦੀ ਹੈ? ਆਖੇ ਮਰੇ ਮੁੱਕਰੇ ਦਾ ਕੋਈ ਗਵਾਹ ਹੁੰਦਾ? ਉਹ ਚਲੀ ਗਈ ਇਹਨਾਂ ਕਹਿ ਕੇ, ਸ਼ਾਇਦ ਮੈਂ ਦੂਸਰੀ ਵਾਰ ਪ੍ਰੈਗਨੈਂਟ ਹੋ ਗਈ। ਪਰ ਮੈਂ ਘਰ 'ਚ ਕਿਸੇ ਕੋਈ ਗੱਲ ਨਾ ਕੀਤੀ। ਮੇਰੀ ਨਜ਼ਰਾਂ 'ਚੋਂ ਸਾਰੇ ਗਿਰ ਗਏ, ਸਭ ਲਈ ਵਿਸ਼ਵਾਸ ਖਤਮ ਹੋ ਗਿਆ ਸੀ ਮੇਰੇ ਦਿਲ 'ਚੋਂ। ਇੰਨਾ ਡਰਾਮੇਬਾਜ਼ ਸੀ ਯਾਰ ਸਾਰਾ ਟੱਬਰ। ਇਹ ਭਾਫ ਤੱਕ ਵੀ ਨਹੀਂ ਕੱਢੀ ਇਹਨਾਂ ਨੇ ਤਾਂ ਬਾਹਰ ਵੀ ਸਾਡਾ ਮੁੰਡਾ ਕਿਹੋ ਜਿਹੀਆਂ ਕਰਤੂਤਾਂ ਕਰਦਾ ਫਿਰਦਾ। ਕਿੰਨੇ ਭੋਲੇ ਭਾਲੇ ਤੇ ਸ਼ਰੀਫ ਬਣੇ ਫਿਰਦੇ ਆ, ਹੈਂ, ਮੈਨੂੰ ਬੇਵਕੂਫ ਬਣਾਉਣ ਲਈ। ਮੇਰੀ ਸੱਸ ਸਾਰਾ ਦਿਨ ਗੁਰਦੁਆਰੇ 'ਚ ਪਾਠ ਕਰਦੀ ਰਹਿੰਦੀ ਹੈ, ਝੂਠ ਬੋਲਣ ਲੱਗਿਆ ਉਹਦੀ ਜ਼ੁਬਾਨ ਇੱਕ ਬਾਰ ਵੀ ਨਹੀਂ ਕੰਬਦੀ। 60 ਸਾਲ ਦਾ ਬਜ਼ੁਰਗ ਬੰਦਾ ਝੂਠ ਬੋਲਦਾ, ਕਿੰਨਾ ਅਜੀਬ ਲੱਗਦਾ। ਜਿਵੇਂ ਉਹਦੇ ਸਿਰ ਤੇ ਇੱਕ ਵਾਰ ਫਿਰ ਸਫੇਦ ਬਾਲ ਉਹਦੇ ਸੱਚ ਹੋਣ ਦੀ ਗਵਾਹੀ ਭਰ ਰਿਹਾ ਹੋਵੇ। ਪਰ ਉਸਦਾ ਝੂਠ ਅਚਾਨਕ ਨੰਗਾ ਹੋ ਕੇ ਉਸਦੀ ਜ਼ਮੀਰ ਨੂੰ ਵੀ ਨੰਗਾ ਕਰ ਗਿਆ। ਇੰਡੀਆ 'ਚ ਕਹਿੰਦੀ ਸੀ ਕਿ ਮੇਰੇ ਪੁੱਤ ਨੂੰ ਡਸਟ ਤੋਂ ਐਲਰਜੀ ਆ, ਇੱਥੇ ਆ ਕੇ ਜ਼ੁਕਾਮ ਹੋ ਜਾਂਦਾ। ਪਰ ਇਹ ਤਾਂ ਬਲੈਤ 'ਚ ਆ ਕੇ ਪਤਾ ਲੱਗਿਆ ਸੀ ਕਿ ਤੇਰੇ ਮੁੰਡੇ ਨੂੰ ਦਮੇ ਦੀ ਬਿਮਾਰੀ ਆ। ਖੱਖਰ ਖਾਧਾ ਜਿਹਾ ਸਾਰਾ ਟੱਬਰ ਦਵਾਈਆਂ ਖਾਂਦਾ ਰਹਿੰਦਾ, ਉਹ ਵੀ ਭਾਂਤ ਦੀਆਂ। ਸਾਹਾਂ ਦੀ ਆਵਾਜ਼ ਆ, ਰਾਤ ਨੂੰ ਸੌਂਦੀ ਆ ਤੇ ਸਾਹਾਂ ਦੀ ਆਵਾਜ਼ ਸੁਣਦੀ ਆ। ਐਕਟਿੰਗ ਕਰਦਾ ਸੀ ਜਿਵੇਂ ਕੱਲ ਦਾ ਸ਼ੋਕਰਾ ਹੋਵੇ। ਮੈਨੂੰ ਉਹਦੀ ਹਰ ਗੱਲ ਤੋਂ ਨਫ਼ਰਤ ਸੀ। ਚਾਲਬਾਜ਼ ਟੱਬਰ ਮੈਨੂੰ ਲੱਗਣ ਲੱਗ ਗਿਆ। ਉਹ ਚੱਕਰ ਚਲਾਇਆ ਕਿ ਮੈਨੂੰ ਚੰਗੀ ਭਲੀ ਨੂੰ ਕਮਲੀ ਕਰਤਾ ਉਹਨਾਂ ਨੇ। ਤਾਂ ਬੰਦਾ ਆਪਣੀਆਂ ਕਮਜ਼ੋਰੀਆਂ ਨੂੰ ਢੱਕਣ ਲਈ ਕਿੰਨੇ ਬੇਗੁਨਾਹਾਂ ਨੂੰ ਨੰਗੇ ਕਰਦਾ। ਪਰ ਮੈਂ ਹੁਣ ਕਰ ਵੀ ਕੀ ਸਕਦੀ ਸੀ? ਰੱਬ ਨੂੰ ਅਰਦਾਸਾਂ ਕਰਨ ਤੋਂ ਸਿਵਾ। ਰੱਬ ਵੀ ਸਭ ਕੁਛ ਕਰ ਸਕਦਾ, ਪਰ ਕੀ ਕਰੇ? ਕੁਆੜੀ ਕੁੜੀ ਆ, ਜਦੋਂ ਵਿਆਹੀ ਜਾਂਦੀ ਆ। ਦੂਜੀ ਵਾਰ ਮੈਨੂੰ ਪ੍ਰੈਗਨੈਂਟ ਦੇਖ ਕੇ ਮੇਰੀ ਸੱਸ ਆਪੇ ਤੇ ਕਾਬੂ ਨਾ ਰਿਹਾ। ਦੂਜੇ ਕੁ ਦਿਨ ਢਿੱਡ ਵਧਾ ਕੇ ਬਹਿ ਜਾਨੀ ਹੈ। ਦੁਹੱਥੜਾ ਮਾਰਿਆ ਉਹਨੇ, ਮੈਂ ਪੀੜ ਨਾਲ ਤੜਫ ਉੱਠੀ। ਮੇਰੇ ਕੋਈ ਹੱਥ ਬਾਸੀ ਨਹੀਂ ਬੀਜੇ। ਵੱਡੀ ਆਈ ਆ, ਮੈਨੂੰ ਪਤਾ ਤੂੰ ਪੈਰ ਲਾਉਣੇ ਚਾਹੁੰਦੀ ਆ ਸਾਡੇ ਘਰ 'ਚ। ਪਹਿਲਾਂ ਤਾਂ ਪੜ੍ਹੀਆਂ ਲਿਖੀਆਂ ਆਈਆਂ ਸੀ ਸਾਰੀਆਂ, ਆ ਤੈਨੂੰ ਲਿਆਂਦਾ ਸੀਗਾ। ਮੇਰੀ ਸੱਸ ਨੂੰ ਪਤਾ ਨਹੀਂ ਕੀ ਹੋਇਆ ਸੀ, ਉਹ ਬੋਲਣੋਂ ਹੀ ਨਹੀਂ ਸੀ ਹਟ ਰਹੀ। ਤੇਰੇ ਵਰਗੀਆਂ ਸੀ ਉਹ ਵੀ ਅੱਗ ਲੱਗਣੀਆਂ। ਮੇਰੇ ਪੁੱਤ ਦੇ ਤਾਂ ਭਾਗ ਹੀ ਮਾੜੇ ਆ, ਜਿੰਨੀ ਵਾਰੀ ਘਰ ਵਸਾਇਆ ਹਰ ਵਾਰ ਉੱਜੜ ਜਾਂਦਾ। ਬੀਜੀ, ਜੇ ਪਹਿਲੇ ਇੰਨੀ ਵਾਰ ਘਰ ਵਸਾ ਕੇ ਦੇਖ ਲਿਆ ਸੀ ਤਾਂ ਫਿਰ ਮੇਰੀ ਜ਼ਿੰਦਗੀ ਕਿਉਂ ਤਬਾਹ ਕਰਨੀ ਸੀਗੀ? ਅੱਜ ਮੇਰੇ ਅੰਦਰਲੀ ਔਰਤ ਬੋਲ ਪਈ। ਜ਼ਿੰਦਗੀ ਤਬਾਹ ਕਰਨੀ ਸੀ, ਜ਼ਿੰਦਗੀ ਤਬਾਹ ਕਰਨ ਨੂੰ ਜੱਜ ਲੱਗੀ ਸੀ ਤੂੰ ਉੱਥੇ? ਭੁੱਖੇ ਘਰ ਦੀ ਧੀ ਕਿਸੇ ਦੀ ਹੈ, ਇੰਗਲੈਂਡ ਪਹੁੰਚ ਕੇ ਕਿਵੇਂ ਗੱਲਾਂ ਕਰਦੀ ਆ। ਤੇਰਾ ਬਾਪ ਮਗਰ ਪਿਆ ਹੋਇਆ ਸੀ, ਮੇਰੀ ਧੀ ਨੂੰ ਇੰਗਲੈਂਡ ਲੈ ਜਾਓ, ਮੇਰੀ ਧੀ ਨੂੰ ਇੰਗਲੈਂਡ ਲੈ ਜਾਓ, ਸਾਰਾ ਟੱਬਰ ਤਰਜੂ ਤੁਹਾਡਾ। ਹੁਣ ਉਹ ਮੇਰੇ ਬਾਪ ਤੱਕ ਚਲੀ ਗਈ। ਮੇਰੇ ਬਾਪ ਨੂੰ ਕੀ ਪਤਾ ਸੀ ਕਿ ਮੈਂ ਧੀ ਨੂੰ ਖੂਹ 'ਚ ਧੱਕਾ ਦੇ ਰਿਹਾ। ਉਹ ਕਦੇ ਵੀ ਨਾ ਭੇਜਦਾ ਜੀ ਤੁਹਾਡੇ ਘਰ। ਕਿਹੜਾ ਮਾਂ ਬਾਪ ਚਾਹੁੰਦਾ ਕਿ ਉਹਨਾਂ ਦੇ ਢਿੱਡ ਦੀਆਂ ਆਂਦਰਾਂ ਕਿਉਂ ਤੜਫਣ? ਮੈਂ ਆਪਣੇ ਮਾਂ ਬਾਪ ਨੂੰ ਯਾਦ ਕਰਕੇ
ਫਿਰ ਇੱਕ ਵਾਰ ਰੋ ਪਈ। ਆਉਣ ਦੇ ਪ੍ਰਦੀਪ ਨੂੰ, ਅੱਜ ਤੇਰਾ ਫੈਸਲਾ ਕਰਦੀ ਹਾਂ, ਜਾਂ ਤਾਂ ਤੂੰ ਇਸ ਘਰ 'ਚ ਰਹੇਂਗੀ ਜਾਂ ਮੈਂ। ਕਿੰਨੀ ਜ਼ਬਾਨ ਚੱਲਦੀ ਹੈ ਇਹਦੀ, ਬਾਹਰੋਂ ਨਵੀਆਂ ਨਵੀਆਂ ਗੱਲਾਂ ਸਿੱਖ ਕੇ ਆਉਂਦੀ ਹੈ ਕੰਮ ਤੋਂ। ਪ੍ਰਦੀਪ ਆਇਆ, ਮਾਂ ਨੇ ਸਾਰੀ ਗੱਲ ਉਹਨੂੰ ਦੱਸਤੀ। ਮਾਂ, ਤੂੰ ਮੈਨੂੰ ਦੱਸਣ ਦੀ ਲੋੜ ਨਹੀਂ, ਜਦੋਂ ਮਰਜ਼ੀ ਨੂੰ ਬਾਹਰ ਕੱਢ ਸਕਦੀ ਹਾਂ। ਤੈਨੂੰ ਮੈਂ ਨਾਲੇ ਪਹਿਲਾਂ ਹੀ ਕਿਹਾ ਸੀ ਵੀ ਐਮਏ ਪੜ੍ਹੀਆਂ ਦੇ ਰਿਸ਼ਤੇ ਵੀ ਆਉਂਦੇ ਮੈਨੂੰ, ਪਰ ਤੈਨੂੰ ਇਹੀ ਪਸੰਦ ਆਈ ਸੀ। ਸਟੂਪਿਡ ਜੀ। ਗੁੱਸੇ 'ਚ ਫਿਰ ਪਹਿਲਾਂ ਮੇਰੇ ਵੱਲ, ਫਿਰ ਉਹ ਗੁੱਸੇ 'ਚ ਮਾਂ ਦੇ ਮਗਰ ਪੈ ਗਿਆ। ਪਤਾ ਨਹੀਂ ਮਾਂ ਭੈਣ ਨੇ ਕੀ ਸਿਖਾਇਆ ਸੀ, ਪ੍ਰਦੀਪ ਨੇ ਮੇਰੇ ਨਾਲ ਬਿਲਕੁਲ ਬੋਲਣਾ ਛੱਡਤਾ। ਔਰਤ ਹੀ ਔਰਤ ਦੀ ਦੁਸ਼ਮਣ ਬਣੀ ਬੈਠੀ ਸੀ। ਇੰਨੀ ਉਮਰ ਦਾ ਹੋ ਕੇ ਵੀ ਉਹ ਕਿਸੇ ਬੱਚੇ ਵਾਂਗੂ ਸੀ, ਜਿਹਨੂੰ ਕਦੇ ਕੋਈ ਸਿਖਾ ਦਿੰਦਾ, ਉਹਦੇ ਕੰਨ ਭਰ ਦਿੰਦਾ ਤੇ ਉਹ ਬਸ। ਬਦਕਿਸਮਤੀ ਕਿੱਥੇ ਪਿੱਛਾ ਛੱਡਦੀ ਹੈ। ਮੇਰੇ ਇੱਕ ਹੋਰ ਲੜਕੀ ਪੈਦਾ ਹੋ ਗਈ। ਸਾਨੂੰ 3 ਮਾਵਾਂ ਧੀਆਂ ਨੂੰ ਘਰ 'ਚ ਕਿਸੇ ਨੇ ਨਾ ਬੁਲਾਇਆ, ਕਿਸੇ ਨੇ ਨਾ ਆ ਕੇ ਬੱਚੀ ਦਾ ਮੂੰਹ ਦੇਖਿਆ, ਜਿਵੇਂ ਮੇਰੀ ਇਕੱਲੀ ਦੀ ਗਲਤੀ ਸੀ। ਮੈਂ ਕੀ ਕਰ ਸਕਦੀ ਸੀ? ਜੇ ਧੀ ਜਨਮੀ ਹੈ, ਮੈਂ ਥੋੜ੍ਹਾ ਜ਼ਿੰਮੇਵਾਰ ਹਾਂ। ਘਰ ਦਾ ਹਾਲ ਇਉਂ ਲੱਗੇ ਜਿਵੇਂ ਪੁਲਿਸ ਸਟੇਸ਼ਨ ਹੁੰਦਾ, ਸਾਰਾ ਦਿਨ ਕਰਫਿਊ ਲੱਗਿਆ ਰਹਿੰਦਾ। ਪ੍ਰਦੀਪ ਦਾ ਮਨ ਹੁੰਦਾ ਤਾਂ ਕਿਸੇ ਨੂੰ ਪੈਸੇ ਹਾਰ ਜਾਂਦਾ, ਕਿਸੇ ਨੂੰ ਪੈਸਿਆਂ ਦੀ ਲੋੜ ਹੁੰਦੀ ਤਾਂ ਮੰਮੀ ਨੂੰ ਨਾ ਦੱਸੀ ਕਹਿ ਕੇ ਲੈ ਜਾਂਦਾ ਮੇਰੇ ਤੋਂ। ਬੀਤੇ ਬਾਰੇ ਮੇਰੀ ਤਕਦੀਰ ਨਾ ਬਦਲੀ, ਬਰੇ ਬੀਤ ਗਏ। ਤੀਜੀ ਵਾਰ ਮੈਂ ਫਿਰ ਮਾਂ ਬਣਨ ਲਈ ਤਿਆਰ ਹੋ ਗਈ। ਹੁਣ ਸੱਸ ਤੋਂ ਬਰਦਾਸ਼ਤ ਨਾ ਹੋਇਆ। ਕਿੱਥੋਂ ਇੰਨਾ ਖਰਚ ਕਰੀਏ? ਪੱਥਰ ਜਮ ਸਿੱਟੀ ਜਾਂਦੀ ਹੈ। ਇਹ ਪੈਕੇਜ ਆ ਜਿਹੜੇ ਉਹ ਆਉਣੇ ਬੰਦ ਹੋ ਗਏ। ਮੈਂ ਸਬਰ ਦਾ ਘੁੱਟ ਭਰ ਕੇ ਰਹਿ ਗਈ। ਪ੍ਰਾਰਥਨਾ ਕੀਤੀ ਕਿ ਹੇ ਪ੍ਰਮਾਤਮਾ, ਇਸ ਵਾਰ ਚੱਜ ਦੀ ਚੀਜ਼ ਦੇ ਦੀ। ਹਸਪਤਾਲ ਜਾਂਦੀ ਨੂੰ ਮੇਰੇ ਆਦਮੀ ਨੇ ਕਿਹਾ, ਜੇ ਮੁੰਡਾ ਹੋਵੇ ਤਾਂ ਘਰ ਆ ਜੀ, ਜੇ ਨਾ ਹੋ ਜੇ ਤਾਂ ਸਮਝ ਲਈ ਆਪਣਾ ਰਿਸ਼ਤਾ ਖਤਮ ਹੈ। ਪਰ ਮੇਰੇ ਇਸ ਵਾਰ ਕਿਸਮਤ ਨੇ ਫਿਰ ਪੱਥਰ ਮਾਰਿਆ। ਘਰੋਂ ਮੈਨੂੰ ਕੋਈ ਦੇਖਣ ਆਇਆ। ਪ੍ਰਦੀਪ ਦਾ ਫੋਨ ਆਇਆ ਸੀ ਸਿਰਫ, ਤੂੰ ਘਰ ਵਾਪਸ ਨਾ ਆਈ, ਮੈਂ ਦੂਜੀ ਔਰਤ ਲੈ ਜਾਂਦੀ ਆ। ਮੈਨੂੰ ਦੁੱਖ ਤਾਂ ਬਹੁਤ ਹੋਇਆ, ਪਰ ਸੋਚਿਆ 2 ਦਿਨ ਦਾ ਗੁੱਸਾ ਘਰ ਜਾ ਕੇ ਆਪੇ ਠੀਕ ਹੋ ਜਾਊ। ਭਲਾ ਕੋਈ ਆਪਣੇ ਖੂਨ ਤੋਂ ਦੂਰ ਕੋਈ ਰਹਿ ਸਕਦਾ? ਮੈਂ 2 ਦਿਨਾਂ ਦੀ ਕੁੜੀ ਨੂੰ ਲੈ ਕੇ ਘਰ ਵਾਪਸ ਆਈ। ਮੇਰੀਆਂ ਦੋਵੇਂ ਵੱਡੀਆਂ ਕੁੜੀਆਂ ਬਾਹਰ ਆ ਕੇ ਖੜੀਆਂ ਮੀਂਹ ਭਿੱਜ ਰਹੀਆਂ ਸੀ। ਮੈਂ ਬਹੁਤ ਦੇਰ ਤੱਕ ਘਰ ਦੇ ਬੂਹੇ ਭੰਨਦੀ ਰਹੀ, ਪਰ ਕਿਸੇ ਨੇ ਜਵਾਬ ਨਾ ਦਿੱਤਾ। 3 ਕੁੜੀਆਂ ਨੂੰ ਨਾਲ ਲੈ ਕੇ ਮੈਂ ਗੁਰਦੁਆਰੇ ਚਲੀ ਗਈ, ਉੱਥੋਂ ਪੁਲਿਸ ਸਟੇਸ਼ਨ, ਉੱਥੋਂ ਸੋਸ਼ਲ ਸਰਵਿਸਿਜ਼ ਵਾਲਿਆਂ ਨੇ। ਫਿਰ ਦੁੱਖਾਂ ਦੀ ਇੱਕ ਨਵੀਂ ਲੜੀ ਸ਼ੁਰੂ ਹੋ ਗਈ। ਸੋਸ਼ਲ ਸਰਵਿਸਿਜ਼ ਵਾਲਿਆਂ ਨੇ ਘਰ ਰਹਿਣ ਲਈ ਦੇਤਾ ਤੇ ਬੱਚਿਆਂ ਨੂੰ ਖਾਣ ਪੀਣ ਲਈ ਰੋਟੀ ਦੇਤੀ, ਪਰ ਮੈਂ ਜੋ ਮਾਨਸਿਕ ਤੇ ਸਰੀਰਕ ਕਸ਼ਟ ਭੋਗਿਆ, ਉਹਦਾ ਕੋਈ ਹਿਸਾਬ ਕਿਤੇ ਕੋਈ ਨਹੀਂ ਸੀ। ਕਿੰਨੇ ਸਖਤ ਕਾਨੂੰਨ ਨੇ ਬੁਲਾਇਆ ਤੇ ਕਿੰਨੇ ਵਧੀਆ ਭੁੱਖੀਆਂ ਮਰਦੀਆਂ ਔਰਤਾਂ ਤੇ ਬੱਚਿਆਂ ਦੇ ਮੂੰਹ 'ਚ ਰੋਟੀ ਪਾ ਦਿੰਦਾ, ਤੇ ਉਹ ਮੁਲਕ, ਇਹ ਮੁਲਕ ਤੇ ਸਿਰ ਤੇ ਛੱਤ ਦੇ ਦਿੰਦਾ। ਪਰ ਕਾਸ਼ ਅਜਿਹੇ ਕਾਤਲਾਂ ਨੂੰ ਵੀ ਕੋਈ ਸਜ਼ਾ ਦਿੰਦਾ, ਜਿਹੜੇ ਸ਼ੌਕੀਆ ਰੋਜ਼ ਹੀ ਇੰਡੀਆ ਤੋਂ ਮੇਰੇ ਵਰਗੀਆਂ ਗਊਆਂ ਨੂੰ ਲਿਆ ਕੇ ਕਤਲ ਕਰਦੇ ਆ। ਕਈ ਸਾਲ ਗੁਜ਼ਰ ਗਏ। ਮੇਰੀ ਵੱਡੀ ਕੁੜੀ ਹੁਣ 15ਵੇਂ ਸਾਲ 'ਚ ਆ। ਪਿਛਲੇ ਮਹੀਨੇ ਹੀ ਉਹਨੇ ਬਚਪਨ ਦੀ ਸਹੇਲੀ ਟੱਪ ਕੇ, ਦੇਹਲੀ ਟੱਪ ਕੇ ਜਵਾਨੀ ਦੇ ਦਹਲੀਜ਼ ਤੇ ਪੈਰ ਰੱਖਿਆ, ਤੇ ਮੈਨੂੰ ਨਵੀਂ ਚਿੰਤਾ ਨੇ ਆ ਘੇਰਿਆ ਕਿ ਧੀ ਜਵਾਨ ਹੋ ਗਈ, ਹੁਣ ਇਹਦੇ ਲਈ ਵੀ ਕੋਈ ਨਾ ਕੋਈ ਬਰ ਲੱਭਣਾ ਪੈਣਾ। ਹਾਲੇ ਕੱਲ੍ਹ ਹੀ ਮੇਰੇ ਨਾਲ ਇੱਕ ਕੰਮ ਕਰਦੀ ਹਰਬੰਸ ਕੌਰ ਕਹਿ ਰਹੀ ਸੀ ਕਿ ਆਪਣੇ ਭਤੀਜੇ ਨਾਲ ਮੇਰੀ ਧੀ ਦਾ ਰਿਸ਼ਤਾ ਕਰ ਸਕਦੀ ਹੈ। ਉਹ ਮੇਰੀ ਭਲਾ ਮਾਨਸੀ ਮੇਰੀ ਸ਼ਰਾਫਤ ਨੂੰ ਦੇਖ ਕੇ ਮੰਨ ਗਈ। ਮੈਂ ਆਪਣੀ ਬੱਚੀ ਦੇ ਵਿਆਹ ਦੀਆਂ ਵਿਉਂਤਾਂ ਬਣਾ ਰਹੀ ਸੀ ਕਿ ਪ੍ਰਦੀਪ ਨੂੰ ਕਿਵੇਂ ਦੱਸਾਂ ਕਿ ਇੱਕ ਵਾਰ ਮੁੰਡਾ ਨਿਗਾਹ 'ਚੋਂ ਕੱਢਿਆ ਵੇ। ਭਾਵੇਂ ਤਲਾਕ ਹੋ ਗਿਆ ਸੀ, ਪਰ ਫਿਰ ਵੀ ਉਹ ਮੇਰੀਆਂ ਬੱਚੀਆਂ ਦਾ ਬਾਪ ਸੀ। ਕੰਨਿਆਦਾਨ ਤਾਂ ਉਹਨੇ ਹੀ ਕਰਨਾ ਸੀ। ਪਰ 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 ਉਹ ਤਾਂ ਆਪ ਹੀ ਲਾੜਾ ਬਣਿਆ ਤੁਰਿਆ ਫਿਰਦਾ ਸੀ। ਉਹ ਤਾਂ ਆਪ ਆਪਣੀ ਧੀ ਦੀ ਹਮ ਉਮਰ ਕੁੜੀਆਂ ਨਾਲ ਵਿਆਹ ਕਰਾਉਣ ਨੂੰ ਫਿਰਦਾ ਸੀ। ਮੈਂ ਪਤਾ ਨਹੀਂ ਕਿੰਨੀ ਦੇਰ ਹੋਰ ਉੱਥੇ ਬੈਠੀ ਸੋਚਦੀ ਰਹਿੰਦੀ। ਹਰਬੰਸ ਕੌਰ ਨੇ ਅਚਾਨਕ ਆ ਕੇ ਮੇਰੇ ਮੋਢੇ ਨੂੰ ਹਿਲਾਉਣਿਆ, ਤੂੰ ਇੱਥੇ ਬੈਠੀ ਕੀ ਕਰਨੀ ਆ? ਮੈਂ ਤੈਨੂੰ ਲੱਭ ਕਮਲੀ ਹੋ ਗਈ, ਤੇਰੇ ਨਾਲ ਬੜੀ ਜ਼ਰੂਰੀ ਗੱਲ ਕਰਨੀ ਆ। ਮੇਰਾ ਭਰਾ ਮੰਨ ਗਿਆ ਇਹ ਰਿਸ਼ਤੇ ਲਈ। ਆ ਕੇ ਉਹਨੇ ਮੇਰੇ ਮੂੰਹ ਵੱਲ ਦੇਖਿਆ, ਜਿਵੇਂ ਉਹ ਆਪਣੀ ਕਹੀ ਗੱਲ ਦਾ ਅਸਰ ਦੇਖਣਾ ਚਾਹੁੰਦੀ ਸੀ। ਮੈਂ ਚੁੱਪ ਕਰ ਗਈ। ਪਰ ਮੇਰਾ ਭਰਾ ਕਹਿੰਦਾ ਸੀ, ਮਹਿੰਦਰ ਕੌਰ ਪ੍ਰਦੀਪ ਸਿੰਘ ਦੀ ਪਹਿਲੀ ਤੀਵੀਂ ਨਹੀਂ, ਪਹਿਲਾਂ ਉਹ ਕਿਤੇ ਹੋਰ ਵਿਆਹਿਆ ਹੋਇਆ ਸੀ, ਫਿਰ ਤੂੰ ਦੂਜੀ ਹੋਈ। ਉਸ ਤੋਂ ਗੱਲ ਸਾਫ਼ ਕਰਨੀ ਚਾਹੀ, ਦੂਜੀ ਨਾ ਤੀਜੀ। ਮੈਂ ਹੌਕਾ ਲਿਆ, ਦੂਜੀ ਨੇ ਤੀਜੀ ਕੀ ਮਤਲਬ? ਪਤਾ ਨਹੀਂ ਕਿਹੜਾ ਨੰਬਰ ਸੀ ਮੇਰਾ। ਮੇਰੇ ਤੋਂ ਪਹਿਲਾਂ ਤੇ ਪਿੱਛੋਂ ਇੱਥੇ ਕਈਆਂ ਨੇ ਆਈਆਂ ਹੋਣਗੀਆਂ ਤੇ ਕਈਆਂ ਨੇ ਆਉਣਾ। ਆ ਕੇ ਮੈਂ ਮਸ਼ੀਨ ਚੁੱਕ ਕੇ ਫਿਰ ਫਰਸ਼ ਤੋਂ ਸਾਫ਼ ਕਰਨ ਲੱਗ ਗਈ। ਇਹ ਸੀ ਅੱਜ ਦੀ ਕਹਾਣੀ। ਇਹੋ ਜਿਹੀ ਲੱਗੀ ਵੀਨਾ ਵਰਮਾ ਹੋਣਾ ਦੀ। 905 564 6444 ਤੇ ਤੁਹਾਡੀ ਕਾਲ ਆ ਸਕਦੀ ਹੈ। ਮਿੰਟ ਆਪਣੇ ਕੋਲ ਸਿਰਫ 2-3 ਕਿੰਨੇ ਜੀ। ਮੇਰੀ ਕੋਸ਼ਿਸ਼ ਸੀ ਦੂਜੀ ਨਾ ਤੀਜੀ। ਮੇਰੀ ਕੋਸ਼ਿਸ਼ ਸੀ ਕਿ ਅੱਜ ਕਹਾਣੀ ਇਹ ਪੂਰੀ ਕਰਦੀ। ਕਹਾਣੀ ਇੱਥੇ ਪੂਰੀ ਹੋ ਗਈ।